ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਤਿਰਲੋਚਨ ਕਾ ਦੂੜਾ ਆਇਓ ਹੈ ਜਮਹਿ ਤਣਾ। ਤਿਨ ਆਗਰੜੈ ਮੈਂ ਰਹਿਣ ਨਾ ਜਾਏ। ਕੋਈ ਕੋਈ ਸਾਜਨ ਆਏ ਕਹੈ। ਮਿਲ ਮੇਰੇ ਬਿਠਲਾ ਲੈ ਬਾਹੜੀ ਵਲਾਏ। ਮਿਲ ਮੇਰੇ ਰਮਈਆ ਮੈਂ ਲੇਹ ਸਡਾਏ। ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਭਗਤ ਤ੍ਰਿਲੋਚਨ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 92 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ, ਪਾਵਨ ਸ਼ਬਦਾਂ ਦੇ ਰਾਹੀਂ ਜੋ ਭਗਤ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਨਾ ਉਹ ਮੌਤ ਦੇ ਸੱਦੇ ਪੱਤਰ ਦੀ ਗੱਲ ਕਰਦੇ ਨੇ। ਵੀ ਮੌਤ ਦਾ ਸੱਦਾ ਪੱਤਰ ਇਹਨੂੰ ਭੇਜਿਆ ਜਾਂਦਾ ਹੈ ਤੇ ਜਦੋਂ ਉਹ ਸੱਦਾ ਆ ਜਾਂਦਾ ਹੈ, ਉਹ ਪੱਤਰ ਆ ਜਾਂਦਾ ਹੈ, ਫਿਰ ਉਹਦੇ ਅੱਗੇ ਇਹਦਾ ਜ਼ੋਰ ਨਹੀਂ ਚੱਲਦਾ, ਇਹਦੀ ਤਾਕਤ ਨਹੀਂ ਕੰਮ ਆਉਂਦੀ। ਫਿਰ ਉਸ ਸੱਦੇ ਦੇ ਅੱਗੇ, ਜਿਹਨੂੰ ਆਪਾਂ ਲਾਚਾਰ ਕਹਿ ਸਕਦੇ ਹਾਂ ਨਾ, ਬੇਵੱਸ ਕਹਿ ਸਕਦੇ ਹਾਂ, ਇਹ ਇਨਸਾਨ ਲਾਚਾਰ ਬੇਵੱਸ ਹੋ ਜਾਂਦਾ ਹੈ ਉਸ ਸੱਦੇ ਦੇ ਅੱਗੇ। ਫਿਰ ਇਹਨੂੰ ਉਸੇ ਮੁਤਾਬਕ ਹੀ ਚੱਲਣਾ ਪੈਂਦਾ ਹੈ ਜਿਸ ਮੁਤਾਬਕ ਇਹਨੂੰ ਸੱਦਾ ਪੱਤਰ ਆ ਜਾਂਦਾ ਹੈ। ਇਸ ਤਰੀਕੇ ਦਾ ਅੱਜ ਜੋ ਉਪਦੇਸ਼ ਹੈ ਉਹ ਭਗਤ ਤ੍ਰਿਲੋਚਨ ਜੀ ਸਾਨੂੰ ਦੇ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਰਹਾਉ ਦੀ ਪੰਕਤੀ ਵਿੱਚ ਜ਼ਿਕਰ ਕੀਤਾ, ਕਹਿੰਦੇ ਦੂੜਾ ਆਇਓ ਹੈ ਜਮਹਿ ਤਨਾ।
ਦੂੜਾ ਲਫ਼ਜ਼ ਵਰਤਿਆ ਜਾਂਦਾ ਹੈ ਸੁਨੇਹਾ ਲਿਆਉਣ ਵਾਲਾ ਦੂਤ, ਜਿਹਨੂੰ ਆਪਾਂ ਅੱਜ ਦੀ ਭਾਸ਼ਾ 'ਚ ਪੋਸਟਮੈਨ ਕਹਿ ਸਕਦੇ ਹਾਂ, ਚਿੱਠੀ ਲੈ ਕੇ ਆਉਣ ਵਾਲਾ। ਦੂੜਾ ਲਫ਼ਜ਼ ਉਹਦੇ ਲਈ, ਦੂਤ ਤੋਂ ਬਣਿਆ ਦੂੜਾ। ਕਹਿੰਦੇ ਮੌਤ ਦਾ ਸੱਦਾ ਪੱਤਰ ਲੈ ਕੇ, ਸੁਨੇਹਾ ਲੈ ਕੇ ਆ ਗਿਆ। ਤਿੰਨ ਆਗ ਲੜੇ ਮੈਂ ਰਹਿਣ ਨਾ ਜਾਈ। ਹੁਣ ਉਹ ਜਿਹੜਾ ਮੌਤ ਦਾ ਸੱਦਾ ਪੱਤਰ ਲੈ ਕੇ ਆਇਆ ਉਹ ਕੌਣ ਹੈ? ਜਮਹਿ ਤਣਾ। ਜਮਹਿ ਲਫ਼ਜ਼ ਇੱਥੇ ਵਰਤਿਆ ਗਿਆ ਬੁਢੇਪੇ ਵਾਸਤੇ। ਮਤਲਬ ਜਿਹੜੀ ਬਜ਼ੁਰਗੀ ਹੈ, ਜਿਹੜਾ ਬੁਢੇਪਾ ਹੈ, ਇਹ ਬੁਢੇਪਾ ਇੱਕ ਪੋਸਟਮੈਨ ਹੈ, ਇੱਕ ਡਾਕੀ ਹੈ, ਜਿਹੜਾ ਚਿੱਠੀ ਲੈ ਕੇ ਆਇਆ ਹੈ। ਕਾਹਦੀ? ਮੌਤ ਦੀ। ਵੀ ਭਾਈ ਆ ਲੈ, ਮਤਲਬ ਬੁਢੇਪਾ ਆ ਗਿਆ ਨਾ, ਸਾਨੂੰ ਸੁਚੇਤ ਕਰਤਾ ਵੀ ਤੇਰੀ ਮੌਤ ਨੇੜੇ ਹੈ। ਕਹਿੰਦੇ ਹੁਣ ਉਹਦੇ ਅੱਗੇ ਤਿੰਨ ਆਗ ਲੜੈ। ਆਗ ਲੜੈ ਮਤਲਬ ਅੱਗੇ। ਮੈਂ ਰਹਿਣ ਨਾ ਜਾਈ। ਹੁਣ ਮੈਨੂੰ ਉਸ ਸੱਦੇ ਪੱਤਰ ਅੱਗੇ, ਉਸ ਦੇ ਸਾਹਮਣੇ ਖੜੋਣ ਦਾ ਮੇਰੇ ਕੋਲ ਬਲ ਨਹੀਂ ਹੈ, ਜਾਂ ਇਉਂ ਕਹਿ ਲਈਏ ਵੀ ਉਹਦੇ ਅੱਗੇ ਹੁਣ ਮੇਰੀ ਕੋਈ ਪੇਸ਼ ਨਹੀਂ ਜਾਣੀ, ਉਹਦੇ ਅੱਗੇ ਮੇਰੀ ਕੋਈ ਸਮਰੱਥਾ ਨਹੀਂ ਹੈ। ਕੋਈ ਕੋਈ ਸਾਜਣ ਆਏ ਕਹੈ। ਕਹਿੰਦੇ ਕੋਈ ਕੋਈ ਜਿਹੜਾ ਮਿੱਤਰ ਮੇਰਾ ਨਾ, ਉਹ ਆ ਕੇ ਹੁਣ ਆਖ ਰਿਹਾ। ਤੇ ਮੈਂ ਕਹਿੰਦੇ ਹੁਣ ਰੱਬ ਜੀ ਅੱਗੇ ਅਰਜ਼ੋਈ ਕੀਤੀ, ਮਿਲ ਮੇਰੇ ਬੀਠੁਲਾ। ਇਹ ਮੇਰੇ ਬੀਠੁਲ, ਮੇਰੇ ਪ੍ਰਮਾਤਮਾ ਜੀਓ, ਲੈ ਬਾਹੜੀ ਵਲਾਏ, ਮੈਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਗਲਵੱਕੜੀ, ਬਾਹੜੀ ਤੋਂ ਭਾਵ ਗਲਵੱਕੜੀ, ਵੀ ਮੈਨੂੰ ਗਲਵੱਕੜੀ ਵਿੱਚ ਲੈ ਕੇ ਰੱਖ ਲਵੋ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ। ਹੇ ਮੇਰੇ ਮਾਲਕ ਜੀਓ, ਮੈਨੂੰ ਛਡਾ ਲਓ। ਰਹਾਉ ਦੀ ਪੰਕਤੀ ਦੇ ਅੱਖਰੀ ਅਰਥ। ਸਭ ਤੋਂ ਪਹਿਲਾਂ ਦੂੜਾ ਆਇਓ ਹੈ ਜਮਹਿ ਤਣਾ। ਇੱਕ ਸੱਦਾ ਪੱਤਰ ਹੈ ਜਿਹੜਾ ਬੁਢੇਪੇ ਰੂਪ ਵਿੱਚ ਪਰਮੇਸ਼ਵਰ ਵੱਲੋਂ ਸਾਨੂੰ ਦਿੱਤਾ ਜਾਂਦਾ ਹੈ। ਅਲੱਗ-ਅਲੱਗ ਤਰੀਕੇ ਨਾਲ, ਅਲੱਗ-ਅਲੱਗ ਢੰਗ ਦੇ ਨਾਲ, ਕਿਉਂਕਿ ਕੇਵਲ ਸਿੱਧਾ ਬੁਢੇਪਾ ਨਹੀਂ ਆ ਜਾਂਦਾ। ਇੱਕ ਇੱਕ ਚੀਜ਼ ਨੇ ਨਾ ਸਾਨੂੰ ਅਲਰਟ ਕੀਤਾ, ਸੁਚੇਤ ਕੀਤਾ। ਜਿਵੇਂ ਆਪਾਂ ਸਾਹਿਬ ਜੀ ਕੀ ਬਾਣੀ ਪੜ੍ਹਦੇ ਹਾਂ ਤੇ ਮਾਲਕ ਜੀ ਨੇ ਜ਼ਿਕਰ ਕਰਦੇ ਆ, ਪਹਿਲੋਂ ਆਖਿਆ ਕਹਿੰਦੇ ਭਵਰ ਗਏ ਬੱਗ ਬੈਠੇ ਆਏ। ਜਿਹਨੂੰ ਕਿਹਾ ਵੀ ਰੈਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬੱਗ ਬੈਠੇ ਆਏ। ਸਭ ਤੋਂ ਪਹਿਲਾਂ ਭੌਰੇ ਚਲੇ ਗਏ ਤੇ ਬਗਲਿਆਂ ਨੇ ਆ ਕੇ ਆਪਣਾ ਘਰ, ਆਪਣੀ ਛਾਉਣੀ ਪਾਲੀ। ਬਗਲੇ ਆ ਕੇ ਬਹਿ ਗਏ, ਮਤਲਬ ਕਾਲਿਆਂ ਤੋਂ ਚਿੱਟੇ ਹੋਣ ਲੱਗ ਪਏ ਤੇ ਚਿੱਟਿਆਂ ਨੇ ਆ ਕੇ ਆਪਣਾ ਡੇਰਾ, ਆਪਣਾ ਟਿਕਾਣਾ ਕਰ ਲਿਆ। ਦਿਨ ਜ਼ਿੰਦਗੀ ਦਾ ਚਲੇ ਗਿਆ, ਰਾਤ ਆ ਗਈ ਹੈ ਤੇ ਇਹ ਰਾਤ ਵੀ ਕਿਤੇ ਅਜਾਈ ਨਾ ਚਲੀ ਜਾਏ। ਜਾਂ ਇਉਂ ਕਹਿ ਲਓ, ਜਵਾਨੀ ਰੂਪੀ ਰਾਤ ਚਲੀ ਗਈ, ਬੁਢੇਪਾ ਰੂਪੀ ਦਿਨ ਆ ਗਿਆ, ਕਿਤੇ ਇਹ ਬੁਢੇਪਾ ਰੂਪੀ ਦਿਨ ਵੀ ਅਜਾਈ ਨਾ ਚਲਾ ਜਾਏ। ਕਾਲੇ ਤੇ ਜਿੰਨਾ ਚਿਰ ਸਨ ਉਹਨਾਂ ਚਿਰ ਤੇ ਮੈਂ ਸੁਚੇਤ ਨਹੀਂ ਹੋਇਆ, ਉਹਨਾਂ ਚਿਰ ਤੇ ਮੈਂ ਚੇਤੇ ਹੀ ਨਹੀਂ ਕੀਤਾ। ਸਾਹਿਬ ਕਹਿੰਦੇ ਵੀ ਕਾਲੇ ਤੇ ਚਲੇ ਗਏ, ਚਿੱਟੇ ਆ ਗਏ, ਵੇਖੀ ਕਿਤੇ ਇਹਨਾਂ ਚਿੱਟਿਆਂ ਨੂੰ ਵੀ ਅਜਾਈ ਨਾ ਗਵਾ ਲਈ, ਇਹਨਾਂ ਚਿੱਟਿਆਂ ਨਾਲ ਹੀ ਕਿਤੇ ਉਹਨੂੰ ਚੇਤੇ ਕਰ ਲਾ, ਉਹਦੀ ਯਾਦ ਵਿੱਚ ਜੁੜ। ਦੂੜਾ ਆਇਓ ਹੈ ਜਮਹਿ ਤਣਾ। ਇਹ ਕੇਵਲ ਜਿਹੜਾ ਆਪਾਂ ਕਹਿ ਸਕਦੇ ਹਾਂ ਨਾ ਵੀ ਸਤਿਗੁਰੂ ਜੀ ਨੇ ਪਹਿਲੇ ਨੰਬਰ ਦੇ ਉੱਤੇ ਸਾਨੂੰ ਸੁਚੇਤਤਾ ਦਿੱਤੀ ਸੀ। ਪਹਿਲੇ ਨੰਬਰ ਦੇ ਉੱਤੇ ਸਾਨੂੰ ਅਲਰਟ ਕਰਦਿਆਂ ਹੋਇਆਂ ਸਭ ਤੋਂ ਪਹਿਲੀ ਵਾਰ ਸਾਨੂੰ ਉਦੋਂ ਅਲਰਟ ਕੀਤਾ ਜਦੋਂ ਸਾਡੇ ਕੇਸ ਕਾਲਿਆਂ ਤੋਂ ਚਿੱਟੇ ਹੋਣ ਲੱਗੇ। ਇਹ ਪਹਿਲਾ ਅਲਾਰਮ ਕਹਿ ਸਕਦੇ ਹਾਂ ਮੌਤ ਦਾ, ਜਾਂ ਪਹਿਲੀ ਚਿੱਠੀ ਕਹਿ ਸਕਦੇ ਹਾਂ ਮੌਤ ਦੀ, ਜਿਹੜੀ ਉਹਨੇ ਪਾਈ ਤੇ ਸਾਡੇ ਤੱਕ ਸੁਨੇਹਾ ਘੱਲਿਆ ਵੀ ਸੱਜਣਾ ਤੂੰ ਤਿਆਰੀ ਕਰ। ਫਿਰ ਦੂਜੇ ਨੰਬਰ ਦੇ ਉੱਤੇ
क्योंकि हर चीज ने, हर एक कर्म ने सानू सुचेत करना है। जिमें एक अंग्रेजी का राइटर ना, शायद पहलों भी आप जी नाल घटना साझी की होवे, उन्हें एक किताब का जिक्र करदियां उन्हें अपने हत्थां नाल किताब लिखी, डेथ इज नो वेयर, मौत किते भी नहीं है। हुण उन्हें किताब लिखती, उहदे विच ना उन्हें मौत का जिक्र, फिर जदों ने किताब लिखी ना, कहंदा भी मेरे नाल फिर मौत ने वार्तालाप किया। जदों मौत ने वार्तालाप किया तो उन्हें आके मैनू आखिया भी तू कह रहा मौत किते भी नहीं है, पर मौत तो तेनू भी आउणी। वो कहंदा भी मैनू किवें आएगी, मेरे कोल हर चीज़ का सल्यूशन है, हर एक समय हर एक हालात का हल है मेरे कोल, मैनू मौत आ ही नहीं सकती। कहंदा भी जे तू मेरे ते आउणा भी है तो तू अपने वाला जोर ला ला, मैं तेनू रोकण का जोर ला लांगा। वो कहते भी बस इन्ना है, तू आउण तो पहला मैनू अलर्ट करती रही, सुचेत करती रही। वो कहती चल तेरे नाल वादा रहा। मौत ने वादा किया, उहदे नाल उन्हें अपना वादा निभाया। मौत आउण तो पहला सब तो उन्हें अलार्म दिता, इहदे कालियां तो चिट्टे होण लग पे। ते सियाणा बहुत है, इन्हें की किया, चिट्टियां तो काले करने लग शुरू करके। मौत ने सुनेहा दिता सी, इन्हें सुनेहे नू रोकता, जां इउं कह लो भी सुनेहा अनदेखिया करता। भी उन्हें क्या सज्जणा आ लै तेरे कालियां तो चिट्टे होण लगे, तेनू मैं पहला सुनेहा कलिया, तू सुचेत हो, संभाल अपना वेला। ते इहने चिट्टियां तो काले करके संसार दियां अखां च भी घटा पाउणा चाहया, और नाल मौत दियां अखां च भी घटा पाउणा चाहया। भी मैं किहड़ा अजे बजुर्ग होया। फिर दूजे नंबर दे उत्ते जदों उन्हें अलार्म दिता, इनू सुचेत किया, दूजे नंबर उत्ते जदों अलर्ट करदी है मौत, उन्हें इहदियां अखां दी रोशनी नू घटाउणा शुरू कर लिया। जदों अखां नू रोशनी, अखां दी रोशनी घटन लगी, ये फिर बड़ा चलाक, ये कहंदा भी हुण आपां निगाह चैक करा लैने आ, ते निगाह चैक करा के आपां ऐनक लगा के या ऑपरेट करवा के ते आपां लैंस पवा लैने। इन्हें वो भी हल कर लिया। तीजे नंबर दे उत्ते फिर मौत ने अलार्म दिता, मौत ने फिर अलर्ट किया, इहदे गोडे लत्तां चलणियां घट गईयां, दुखन लग गए कह लो, रुकन लग गए कह लो। ये फिर बड़ा चलाक निकलिया, इन्हें किसी ना किसी तरीके, किसी ना किसी ढंग दे नाल उन्हां नूं भी चला लिया। शरीर दे चमड़ी ने ढलकना शुरू कर लिया, ये फिर बड़ा शातर, इन्हें उन्होंने भी संभालना शुरू कर लिया। ते जदों ये चार अलार्म देण तो बाद विच पंजवें नंबर ते आके मौत ने सुटिया ना, ते वो अंग्रेजी का राइटर कहंदा भी मैं उन्होंने कहा तू मेरे नाल इंसाफ नहीं कीता, तू ना मेरे नाल धोखा कीता है। वो कहने भी मैं तेरे नाल धोखा की कीता, कि मैं तेनू कहा सी भी जदों तू आउणा है, आउण तो पहलों मैनू सुचेत करके आई। वो कहंदी मैं कीता है, भी मैं तेनू अपना तेरे नाल कीता वादा निभाया है। तू क्या सी सुचेत करके आई, मैं तेनू एक बार नहीं बड़ी बार सुचेत किया, पर तू नहीं संभलिया। वो कहंदा भी मैनू तो पता ही नहीं लगा तू कदों आके मैनू सुचेत किया है। उन्हें फिर कली कली चीज़ गिनाई, कि तेरे केस चिट्टे नहीं सी होए? वो कहंदा होए सी। कहंदी मैं तेनू पहली बार सुचेत किया भी मैं आउण लगी हाँ। वो कहंदा भी तेरी अखां दी रोशनी नहीं सी घटी? कहंदा घटी सी। कहंदी दूजी बार सुचेत किया। तेरे शरीर की चमड़ी ढलकन लगी सी? कहंदा लगी सी। तीजी बार सुचेत किया। तेरे गोडे हथ पैर चलनों रुके सन, तकलीफ होने लगी सी, मैं तेनू चौथी बार सुचेत किया। इस तरीके उन्हें हर वेले जिहड़ी की दिती सुचेतता सी ना, उन्हें चेते करवाई। फिर उही इंसान
ਜਿਹੜਾ ਕਹਿੰਦਾ ਮੌਤ ਕਿਤੇ ਨਹੀਂ ਹੈ, ਉਹੀ ਆਪਣੀ ਕਿਤਾਬ ਦਾ, ਉਹੀ ਆਪਣੇ ਚੈਪਟਰ ਦਾ ਨੇਮ ਬਦਲ ਕੇ, ਨਾਮ ਬਦਲ ਕੇ ਤੇ ਇਹੋ ਆਖਦਾ ਹੈ ਕਿ ਡੈਥ ਇਜ਼ ਨਾਓ ਹੇਅਰ, ਮੌਤ ਇੱਥੇ ਹੀ ਹੈ, ਇਹਦੇ ਤੋਂ ਕੋਈ ਵੀ ਆਪਣਾ ਆਪਾ ਬਚਾ ਨਹੀਂ ਸਕਦਾ। ਦੂੜਾ ਆਇਓ ਜਮਹਿ ਤਨਾ, ਜਿਹੜਾ ਮੌਤ ਦਾ ਸੱਦਾ ਪੱਤਰ ਹੈ, ਮੌਤ ਦਾ ਸੁਨੇਹਾ ਹੈ, ਉਹ ਬੁਢੇਪਾ ਮੌਤ ਦੇ ਸੁਨੇਹੇ ਨੂੰ ਲੈ ਕੇ ਆਇਆ। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਜਦੋਂ ਜ਼ਿੰਦਗੀ ਦੀਆਂ ਅਵਸਥਾਵਾਂ ਦੀ ਬਾਤ ਕੀਤੀ ਤੇ ਮਾਲਕ ਜੀ ਆਖਦੇ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਬਾਲਪਨ ਤੋਂ ਬਾਅਦ ਵਿੱਚ ਜਵਾਨੀ ਦੀ ਆਸ ਹੁੰਦੀ ਹੈ, ਜਵਾਨੀ ਤੋਂ ਬਾਅਦ ਵਿੱਚ ਬੁਢੇਪੇ ਦੀ ਆਸ ਹੈ ਵੀ ਬੁਢੇਪਾ ਆਉਣਾ, ਪਰ ਬੁਢੇਪੇ ਤੋਂ ਬਾਅਦ ਚ ਤੀਜੀ ਕੋਈ ਆਸ ਨਹੀਂ ਹੈ ਵੀ ਅਸੀਂ ਕਹਿ ਸਕੀਏ ਇਦੋਂ ਅੱਗੇ ਕੀ ਆਉਣਾ। ਇਦੋਂ ਅੱਗੇ ਤੇ ਇਨਸਾਨ ਆਪਣੇ ਆਪ ਹੀ ਜਾਣਦਾ ਹੈ, ਆਪਣੇ ਆਪ ਹੀ ਸਮਝ ਲੈਂਦਾ ਵੀ ਇਦੋਂ ਅੱਗੇ ਤੇ ਹੁਣ ਮੌਤ ਹੈ, ਇਦੋਂ ਬਿਨਾ ਕੁਝ ਵੀ ਨਹੀਂ। ਜਦੋਂ ਬਚਪਨ ਸੀ ਅਸੀਂ ਕਿਹਾ ਵੀ ਤੂੰ ਜਵਾਨੀਆਂ ਮਾਣੇ, ਜਵਾਨੀ ਵਿੱਚ ਆਇਆ ਅਸੀਂ ਫੇਰ ਆਖਿਆ ਵੀ ਲੰਮੀਆਂ ਉਮਰਾਂ ਮਾਣੇ। ਬੁਢੇਪੇ 'ਚ ਜਾ ਕੇ ਕੀ ਕਵਾਂਗੇ? ਬੁਢੇਪੇ 'ਚ ਜਾ ਕੇ ਤੇ ਇੱਕੋ ਹੀ ਅਸੀਸ ਰਹਿ ਜਾਂਦੀ ਵੀ ਰੱਬ ਤੰਦਰੁਸਤੀ ਦੇਵੇ, ਇਹ ਤੋਂ ਬਿਨਾਂ ਤੇ ਕੁਝ ਵੀ ਨਹੀਂ। ਬਚਪਨ ਵਾਲੇ ਨੂੰ ਆਖਿਆ ਤੂੰ ਜਵਾਨੀਆਂ ਮਾਣ, ਜਵਾਨੀਆਂ ਵਾਲੇ ਨੂੰ ਆਖਿਆ ਤੂੰ ਲੰਮੀਆਂ ਉਮਰਾਂ ਭੋਗੇ, ਬੁਢੇਪੇ ਵਾਲੇ ਨੂੰ ਕਿਹਾ ਰੱਬ ਤੈਨੂੰ ਤੰਦਰੁਸਤੀ ਦੇਵੇ। ਉੱਥੇ ਜਾ ਕੇ ਅਸੀਂ ਨਹੀਂ ਆਖਿਆ ਵੀ ਹੁਣ ਤੈਨੂੰ ਜਿਹੜਾ ਰੱਬ ਅਗਾਂਹ ਹੋਰ ਲੰਮਾ ਜੀਵਨ ਦੇਵੇ, ਲੰਮੇਰੀ ਜ਼ਿੰਦਗੀ ਦੇਵੇ। ਉੱਥੇ ਜਾ ਕੇ ਤੇ ਬਸ ਤੰਦਰੁਸਤੀ ਦੀ ਮੰਗ ਹੀ ਹੈ, ਜਿਹੜੀ ਇਨਸਾਨ ਆਪ ਵੀ ਹੱਥ ਜੋੜ ਕੇ ਮੰਗੀ ਜਾਂਦਾ ਹੈ ਵੀ ਰੱਬਾ ਹੁਣ ਤੰਦਰੁਸਤੀ ਹੋਈ ਦੇਈ। ਤੇ ਸਾਹਿਬ ਜੀ ਨੇ ਆਖਿਆ, ਕਹਿੰਦੇ ਵੀ ਇਹ ਜਿਹੜਾ ਸੁਨੇਹਾ ਨਾ ਲੈ ਕੇ ਆ ਗਿਆ। ਹੁਣ ਜਦੋਂ ਇਹ ਸੁਨੇਹਾ ਲੈ ਕੇ ਆਇਆ, ਜਿਵੇਂ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਪੜ੍ਹਦੇ ਆ, ਜਿਹਦੇ ਵਿੱਚ ਉਹਨਾਂ ਜ਼ਿਕਰ ਕਰਦੇ ਆ, ਆਖਿਆ ਕਹਿੰਦੇ ਹਰ ਫਰਮਾਨ ਦਰਗਾਹ ਕਾ ਆਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਸੱਦਾ ਆ ਗਿਆ ਤੇ ਉਦੋਂ ਅੱਗੇ ਫਿਰ ਇਨਸਾਨ ਦਾ ਹੁਣ ਕੋਈ ਜ਼ੋਰ ਨਹੀਂ ਹੈ, ਉਦੋਂ ਅੱਗੇ ਇਨਸਾਨ ਦਾ ਕੋਈ ਜ਼ੋਰ ਨਹੀਂ ਹੈ, ਕੋਈ ਤਾਕਤ ਨਹੀਂ ਹੈ। ਜਦੋਂ ਉਹਨੇ ਆ ਕੇ ਕਹਿ ਦਿੱਤਾ ਵੀ ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ, ਦਰਗਾਹ ਤੋਂ ਮੈਂ ਫਰਮਾਨ ਲੈ ਕੇ ਆਇਆ, ਹੁਕਮ ਲੈ ਕੇ ਆਇਆ, ਚਲੋ ਤੁਹਾਨੂੰ ਦੀਵਾਨ ਦੇ ਅੰਦਰ ਪੇਸ਼ ਹੋਣ ਵਾਸਤੇ ਸੱਦਿਆ ਗਿਆ। ਆਪ ਜੀ ਚਲੋ। ਫਿਰ ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਈ, ਅੱਜ ਦਾ ਪਾਵਨ ਬਚਨ। ਹੁਣ ਉਹਦੇ ਅੱਗੇ ਸਾਡਾ ਕੀ ਬਲ ਹੈ, ਉਹਦੇ ਅੱਗੇ ਸਾਡੀ ਕੀ ਤਾਕਤ? ਇਸੇ ਕਰਕੇ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕਰਦੇ ਆਖਿਆ ਨਾ ਕਿ ਉਹ ਪਰਮੇਸ਼ਵਰ ਜਿਹੜਾ ਨਾ, ਉਹਨੇ ਇੱਕ ਐਸੀ ਕੁਦਰਤ ਬਣਾਈ ਹੈ, ਇੱਕ ਐਸਾ ਨੇਚਰ ਬਣਾਇਆ ਜਾਂ ਕੁਦਰਤ ਦਾ ਨਿਯਮ ਉਹਨੇ ਇਸ ਢੰਗ ਨਾਲ ਬਣਾਇਆ ਹੈ ਕਿ ਕਿਸੇ ਵੀ ਪ੍ਰਕਾਰ ਇਨਸਾਨ ਦਾ ਜ਼ੋਰ ਉਹ ਚੱਲਣ ਨਹੀਂ ਦਿੰਦਾ। ਉਹ ਤੇ ਅਕਾਲ ਪੁਰਖ ਪਰਮੇਸ਼ਵਰ ਐਸਾ ਹੈ, ਬਿਨ ਪੁੱਛਿਆ ਹੀ ਲੈ ਜਾਏ। ਉਹਨੇ ਜਿਹਨੂੰ ਲੈ ਕੇ ਜਾਣਾ ਉਹਨੂੰ ਨਹੀਂ ਕਦੇ ਪੁੱਛਿਆ ਵੀ ਦੱਸ ਤੈਨੂੰ ਲੈਣ ਆਵਾਂ ਕਿ ਨਾ ਆਵਾਂ, ਲੈ ਜਾਂਦਾ ਉਹ। ਇਨਸਾਨੀ ਜ਼ੋਰ ਹੈ ਕਿਤੇ? ਨਾ ਕਿੱਡਾ ਸੋਹਣਾ ਗੁਰੂ ਅਰਜਨ ਸਾਹਿਬ ਜੀ ਜ਼ਿਕਰ ਕਰਦੇ ਵੀ, ਉਹ ਕਹਿੰਦੇ ਧਨ ਕਹੈ ਤੂੰ ਵਸ ਮੈਂ ਨਾਲੇ, ਬਚਨ ਦੇ ਛੋੜ ਨਾ ਜਾਸਾ ਹੈ। ਕਾਇਆ ਕੀ ਕਹਿ ਰਹੀ? ਆਪਣੇ ਪਿਰ ਨੂੰ, ਆਪਣੇ ਖਸਮ ਨੂੰ, ਮਤਲਬ ਰੱਬੀ ਜੋਤ ਨੂੰ, ਤੂੰ ਵਸ ਮੈਂ ਨਾਲੇ, ਤੂੰ ਮੇਰੇ ਨਾਲ ਰਹਿ, ਬਚਨ ਦੇ, ਮੇਰੇ ਨਾਲ ਬਚਨ ਕਰ, ਛੋੜ ਨਾ ਜਾਸਾ ਹੈ, ਤੂੰ ਮੈਨੂੰ ਕਦੇ ਛੱਡ ਕੇ ਨਹੀਂ ਜਾਏਗਾ। ਤੇ ਅੱਗੋਂ ਕੀ ਕਹਿੰਦਾ? ਪਿਰ ਕਹਿਆ ਹਾਂ ਹੁਕਮੀ ਬੰਦਾ। ਉਹ ਕਹਿੰਦਾ ਵੀ ਮੈਂ ਤੇ ਹੁਕਮ ਦਾ ਬੱਝਾਂ, ਵੀ ਮੈਂ ਤੇਰੇ ਨਾਲ ਬਚਨ ਕਰਨ ਨੂੰ ਕਰ ਲਾਂ ਪਰ ਫਾਇਦਾ ਹੀ ਕੋਈ ਨਹੀਂ, ਵੀ ਮੈਂ ਤੇਰੇ ਅਨੁਸਾਰੀ ਥੋੜੀ ਚੱਲਣਾ ਹੈ। ਮੈਂ ਤੇ ਉਸ ਪਿਰ ਦਾ, ਮੇਰੇ ਖਸਮ ਦਾ, ਮੇਰੇ ਮੂਲ ਦਾ
ਹੁਕਮ ਨਾਲ ਬੱਝਾ ਹੋਇਆ ਮੈਂ ਤੇ। ਉਹਨੇ ਜਦੋਂ ਸੱਦ ਲਿਆ, ਜਾਂ ਸੱਦੇ ਤਾਂ ਊਠ ਸਿਧਾਸਾ ਕੇ, ਜਿੱਦਣ ਉਹਨੇ ਮੈਨੂੰ ਸੱਦ ਲਿਆ ਫਿਰ ਮੈਂ ਤੇਰੇ ਨਾਲ ਸੰਬੰਧ ਨਿਭਾ ਨਹੀਂ ਸਕਦਾ, ਇਸ ਕਰਕੇ ਮੈਂ ਤੇਰੇ ਨਾਲ ਕੋਈ ਵਾਅਦਾ ਨਹੀਂ ਕਰਦਾ। ਹੈ ਕਿਤੇ ਇਨਸਾਨੀ ਜ਼ੋਰ, ਕਿਉਂਕਿ ਜੇ ਇਨਸਾਨ ਦਾ ਜ਼ੋਰ ਚੱਲਦਾ ਹੋਵੇ ਨਾ ਤੇ ਫਿਰ ਖਿਆਲ ਰੱਖੀਏ ਇਨਸਾਨ ਕਦੇ ਆਪਣੇ ਉੱਤੇ ਮੌਤ ਨੂੰ ਆਉਣ ਹੀ ਨਾ ਦੇਵੇ। ਪਰ ਮੌਤ ਇੱਕ ਬਣਾਈ ਹੋਈ ਐਸੀ ਅਟੱਲ ਸੱਚਾਈ ਹੈ ਪਰਮੇਸ਼ਵਰ ਦੀ ਕਿ ਇਨਸਾਨ ਜ਼ਿੰਦਗੀ ਭਾਵੇਂ ਥੋੜੀ ਜਿਉਵੇਂ, ਜੀਵਨ ਭਾਵੇਂ ਘੱਟ ਜਿਉਵੇਂ, ਪਰ ਮੌਤ ਉਹਨੂੰ ਆਉਣੀ ਆਉਣੀ ਹੈ। ਇੱਕ ਅਟੱਲ ਸੱਚਾਈ ਹੈ, ਚਾਹੇ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ। ਇਸੇ ਕਰਕੇ ਬਾਬਾ ਫਰੀਦ ਜੀ ਦਾ ਪਾਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਜਿੱਥੇ ਉਹ ਜ਼ਿਕਰ ਕਰਦੇ ਆ, ਆਖਦੇ ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਹੈ ਕਿਤੇ ਅਸੀਂ ਮੇਖ ਦੇ ਕੇ, ਸਹਾਰਾ ਦੇ ਕੇ ਤੇ ਆਪਣੀ ਜਿੰਦ ਨੂੰ ਰੋਕ ਸਕਦੇ ਹੋਈਏ? ਟਾਕੀਆਂ ਲਾ ਲਾ ਕੇ ਕੱਪੜਾ ਪਾਟਣ ਤੋਂ ਰੋਕਿਆ ਜਾ ਸਕਦਾ ਹੈ, ਵਸਤਰ ਛਿੱਜਣ ਤੋਂ ਰੋਕਿਆ ਜਾ ਸਕਦਾ ਹੈ, ਪਰ ਦੇਹੀ ਛਿੱਜਦੀ ਨੂੰ ਕੌਣ ਰੋਕੇ? ਸਰੀਰ ਛਿੱਜਦੇ ਹੋਏ ਨੂੰ ਕੌਣ ਰੋਕੇ? ਕਿਸੇ ਪ੍ਰਕਾਰ ਵੀ ਨਹੀਂ ਰੋਕਦਾ। ਔਰ ਫਿਰ ਸਾਹਿਬ ਕਹਿੰਦੇ ਹੁਣ ਉਹ ਜ਼ੋਰ ਐਸਾ, ਉਹਦੇ ਕੋਲ ਬਲ ਐਸਾ ਹੈ ਵੀ ਇਨਸਾਨ ਲੱਖ ਯਤਨ ਕਰ ਲਏ, ਕਰੋੜਾਂ ਯਤਨ ਕਰ ਲਏ, ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਈ। ਇਹ ਨਹੀਂ ਵੀ ਗਰੀਬ ਦਾ ਜ਼ੋਰ ਨਹੀਂ ਚੱਲਿਆ ਤੇ ਅਮੀਰ ਦਾ ਚੱਲ ਜਾਣਾ। ਬਾਪੂ ਜੀ ਨੇ ਸਾਫ਼ ਸਪਸ਼ਟ ਲਫ਼ਜ਼ ਵਰਤੇ, ਰਾਣਾ ਰਾਓ ਨਾ ਕੋਰ ਰੱਖਿਓ, ਰੰਗ ਨਾ ਤੁੰਗ ਫਕੀਰ। ਹੈ ਕਿਤੇ ਕੋਈ ਟਿਕਾਣਾ? ਨਾ ਕੋਈ ਰੰਗ, ਨਾ ਕੋਈ ਫਕੀਰ, ਨਾ ਕੋਈ ਰਾਣਾ ਤੇ ਨਾ ਕੋਈ ਰਾਓ, ਕੋਈ ਵੀ ਨਹੀਂ ਰਿਹਾ। ਉਹ ਪਰਮੇਸ਼ਵਰ ਜੀ ਦਾ ਹੁਕਮ ਹੈ, ਉਹਦੀ ਰਜ਼ਾ ਹੈ, ਉਹਦੀ ਰਜ਼ਾ ਦੇ ਅੰਦਰ ਇਹ ਆਇਆ ਹੋਇਆ ਇਨਸਾਨ ਜਿਹੜਾ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ, ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਗੇ। ਉਹ ਸੰਸਾਰ ਤੇ ਆ ਰਿਹਾ, ਪਰਮੇਸ਼ਵਰ ਦਾ ਭੇਜਿਆ ਹੋਇਆ, ਤੇ ਰੱਬ ਜੀ ਦੇ ਸੱਦੇ ਅਨੁਸਾਰ ਹੀ ਸੰਸਾਰ ਤੋਂ ਜਾ ਵੀ ਰਿਹਾ। ਜਿਹਨੂੰ ਮਾਲਕ ਜੀ ਨੇ ਆਖਿਆ ਨਾ ਵੀ ਇੱਥੇ ਇਨਸਾਨ ਜੀਵਨ ਤੇ ਲੈ ਕੇ ਆਉਂਦਾ ਹੈ, ਪਰ ਜੀਵਨ ਦੇ ਨਾਲ ਨਾਲ ਇੱਥੇ ਆਪਣੀ ਮੌਤ ਵੀ ਲੈ ਕੇ ਆਉਂਦਾ ਹੈ। ਇੱਥੇ ਕਾਲ ਜਿਹੜਾ ਇਹਨੂੰ ਨਿਤਾ ਪ੍ਰਤੀ ਖਾ ਰਿਹਾ ਹੈ, ਨਿਤਾ ਪ੍ਰਤੀ ਕਾਲ ਆਪਣੇ ਦੰਦਾਂ ਹੇਠਾਂ ਇਹਨੂੰ ਰੋਜ਼ ਚਬਾ ਰਿਹਾ ਹੈ, ਮੌਤ ਰੋਜ਼ ਚਬਾ ਰਹੀ ਹੈ। ਜਾਂ ਇੱਕ ਇੱਕ ਸਵਾਸ ਸਾਡੀ ਜ਼ਿੰਦਗੀ ਵਿੱਚੋਂ, ਸਾਡੇ ਜੀਵਨ ਵਿੱਚੋਂ ਰੋਜ਼ ਘਟ ਰਿਹਾ ਹੈ। ਜਾਂ ਇਉਂ ਕਹਿ ਲਈਏ ਇੱਕ ਇੱਕ ਪਲ ਸਾਡੀ ਜ਼ਿੰਦਗੀ ਦਾ ਘਟ ਰਿਹਾ, ਰੋਜ਼ ਘਟ ਰਿਹਾ। ਕੱਲ ਦੇ ਪਾਵਨ ਬਚਨ ਆਪ ਜੀ ਨੇ ਸਰਵਣ ਕੀਤੇ ਨਾ ਭਗਤ ਕਬੀਰ ਸਾਹਿਬ ਜੀ ਦੇ, ਜਿੱਥੇ ਜ਼ਿਕਰ ਕਰਦੇ ਆਖਦੇ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ। ਔਦ ਘਟ ਰਹੀ ਹੈ, ਵੱਧ ਨਹੀਂ ਰਹੀ। ਹਾਂ, ਸਰੀਰਕ ਆਕਾਰ ਵੱਧ ਰਿਹਾ ਹੈ, ਸਰੀਰਕ ਆਕਾਰ ਦੇ ਨਾਲ ਨਾਲ ਬਲ ਤਾਕਤ ਵੱਧ ਰਹੀ ਹੈ, ਪਰ ਇਹ ਵੀ ਕਹਿ ਸਕਦੇ ਹਾਂ ਵੀ ਜਿਹੜਾ ਉਮਰ ਦਾ ਤਕਾਜ਼ਾ ਸੀ, ਉਮਰ ਦੀ ਗਿਣਤੀ ਸੀ, ਉਹ ਇੱਕ ਤੋਂ ਲੈ ਕੇ ਤੇ ਵਧੀ ਜਾਂਦੀ ਹੈ, ਪਰ ਸਵਾਸਾਂ ਦੀ ਗਿਣਤੀ ਰੋਜ਼ ਘਟ ਰਹੀ ਹੈ, ਰੋਜ਼ ਘਟ ਰਹੀ ਹੈ। ਜੇ ਮੈਂ ਇੱਕ ਸਵਾਸ ਹੁਣ ਲੈ ਰਿਹਾ ਨਾ ਤੇ ਮੇਰਾ ਇੱਕ ਸਵਾਸ ਵੀ ਨਾਲ ਘਟ ਗਿਆ ਹੈ। ਇੱਕ ਇੱਕ ਸਵਾਸ ਗੁਜ਼ਰ ਰਿਹਾ, ਬਤੀਤ ਹੋ ਰਿਹਾ ਹੈ, ਤੇ ਫਿਰ ਉਹਦੇ ਅੱਗੇ ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਈ। ਕਿਸੇ ਵੀ ਪ੍ਰਕਾਰ ਦੇ ਇਨਸਾਨ ਦਾ ਜ਼ੋਰ ਜਿਹੜਾ ਉਹ ਨਹੀਂ ਚੱਲਦਾ। ਫਿਰ ਕੋਈ ਕੋਈ ਸਾਜਣ ਆਏ ਕਹੈ ਤੇ ਕੀ ਮਿਲ ਮੇਰੇ ਬੀਠੁਲਾ ਲੈ ਬਾਹੜੀ ਵਲਾਏ। ਰੱਬ ਜੀ ਹੁਣ ਆਪ ਕਿਰਪਾ ਕਰਕੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲਵੋ। ਗਲਵੱਕੜੀ ਵਿੱਚ ਲੈ ਲਵੋ ਤੋਂ ਭਾਵ ਇਹ ਨਹੀਂ ਹੁਣ ਵੀ ਜਦੋਂ ਰੱਬ ਜੀ ਦੇ ਪਿਆਰਿਆਂ ਦੀ ਗੱਲ ਕਰਾਂਗੇ ਤੇ ਮੌਤ ਉਹਨਾਂ ਨੂੰ ਨਹੀਂ ਆਉਣੀ, ਸੱਦਾ ਤੇ ਉਹਨਾਂ ਨੂੰ ਵੀ ਆ ਰਿਹਾ,
ਪਰ ਉਹ ਆਪਣੀ ਮੌਤ ਦੇ ਸੱਦੇ ਉੱਤੇ ਕਦੇ ਨਿਰਾਸ਼ਤਾ ਨਹੀਂ ਜਤਾਉਂਦੇ। ਆਪਣੀ ਮੌਤ ਦੇ ਸੱਦੇ ਉੱਤੇ ਉਹ ਕਦੇ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਜਤਾਉਂਦੇ, ਸਗੋਂ ਆਏ ਹੋਏ ਸੱਦੇ ਨੂੰ ਉਹ ਸਿਰ ਮੱਥੇ ਕਰਕੇ ਪ੍ਰਵਾਨਦੇ ਨੇ। ਔਰ ਸਿਰ ਮੱਥੇ ਕਰਕੇ ਪ੍ਰਵਾਨਦਿਆਂ ਹੋਇਆਂ ਆਪਣਾ ਆਗੇ ਕੋ ਕਿਛ ਤੁਲਹਾ ਬੰਧ ਹੋ ਕਿਆ ਪ੍ਰਵਾਸਾ ਧਨ ਕਾ, ਉਹ ਅੱਗੇ ਵਾਸਤੇ ਤੁਲਹਾ ਬੰਨ ਲੈਂਦੇ ਨੇ ਤੇ ਉਹ ਬੰਨਿਆ ਹੋਏ ਤੁਲਹੇ ਕਰਕੇ ਉਹਨਾਂ ਦੀਆਂ ਚਿੰਤਾਵਾਂ ਤੇ ਝੋਰੇ ਮੁੱਕ ਜਾਂਦੇ ਨੇ। ਡਰ ਉਹਨਾਂ ਨੂੰ ਹੈ ਜਿਨ੍ਹਾਂ ਕੋਲ ਕੁਝ ਹੈ ਨਹੀਂ, ਤੇ ਜਿਨ੍ਹਾਂ ਕੋਲ ਖਜ਼ਾਨੇ ਹੋਣ ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਖੌਫ ਨਹੀਂ ਹੈ। ਫਿਰ ਆਖਿਆ, ਕਹਿੰਦੇ ਮਿਲ ਮੇਰੇ ਰਮਈਆ, ਹੇ ਮੇਰੇ ਰਮਈਆ ਜੀਓ, ਮੇਰੇ ਮਾਲਕ ਜੀਓ, ਮੈਂ ਲੇਖ ਛਡਾਏ, ਕਿਤੇ ਕਿਰਪਾ ਕਰਕੇ ਮੌਤ ਦੇ ਡਰ ਤੋਂ ਮੈਨੂੰ ਵੀ ਛਡਾ ਲਵੋ। ਇਹ ਮੌਤ ਦੇ ਭੈ ਅਧੀਨ ਕਿਤੇ ਮੈਂ ਨਾ ਰਹਾ, ਇਸ ਮੌਤ ਦੇ ਭੈ ਤੋਂ ਆਪ ਜੀ ਕਿਰਪਾ ਕਰਕੇ ਮੈਨੂੰ ਬਚਾਉਣਾ ਕਰੋ। ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜ਼ਰਾ ਮਰਨ ਭਉ ਵਿਸਰ ਗਿਆ। ਕੁਟੰਬ ਦੇਖ ਬਿਗਸਹਿ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ। ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਮਾਇਆ ਦੇ ਮੋਹ ਵਿੱਚ ਮਨ ਬਹੁਤ ਜ਼ਿਆਦਾ ਮਸਤ ਹੋ ਚੁੱਕਾ, ਇੰਨਾ ਕੁ ਮਸਤ ਹੋ ਚੁੱਕਾ ਹੈ, ਜ਼ਰਾ ਮਰਨ ਭਉ ਵਿਸਰ ਗਿਆ। ਜ਼ਰਾ ਮਤਲਬ ਬੁਢੇਪਾ, ਮਰਨ ਮਤਲਬ ਮੌਤ, ਭਉ ਕਹਿ ਸਕਦੇ ਆ ਰੱਬੀ ਡਰ, ਵਿਸਰ ਗਿਆ। ਇਹ ਸਾਰੀਆਂ ਚੀਜ਼ਾਂ ਹੀ ਭੁੱਲ ਗਈਆਂ। ਨਾ ਮੌਤ ਚੇਤੇ ਰਹੀ, ਨਾ ਬੁਢੇਪਾ ਚੇਤੇ ਰਿਹਾ, ਤੇ ਨਾ ਹੀ ਰੱਬ ਜੀ ਕਾ ਨਿਰਮਲ ਭਉ ਹਿਰਦੇ ਚ ਰਿਹਾ। ਸਾਰਾ ਕੁਝ ਹੀ ਵਿਸਰ ਗਿਆ। ਮਨ ਇੰਨਾ ਕੁ ਜ਼ਿਆਦਾ ਖਚਤ ਹੋ ਚੁੱਕਾ। ਕਿਹਦੇ ਵਿੱਚ? ਮਾਇਆ ਦੇ ਮੋਹ ਵਿੱਚ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਲਫ਼ਜ਼ ਵਰਤਦੇ ਆਖਦੇ, ਮਨ ਰੇ ਕਵਨ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਤੂੰ ਤੇ ਭਗਤੀ ਕੀਤੀ ਹੋਈ ਕੋਈ ਨਹੀਂ। ਇਹੀ ਮਨ ਹੈ ਨਾ ਜਿਹੜਾ ਮਾਇਆ ਦੇ ਮੋਹ ਵਿੱਚ ਖਚਤ ਹੋ ਕੇ, ਮਾਇਆ ਦੇ ਮੋਹ ਵਿੱਚ ਗਲਤਾਨ ਹੋ ਕੇ ਹੈ ਕਿਤੇ ਬੁਢੇਪਾ ਚੇਤੇ ਰਹਿੰਦਾ, ਜਾਂ ਇਹਨੂੰ ਆਪਣੀ ਮੌਤ ਚੇਤੇ ਰਹੀ ਹੋਵੇ। ਸਤਿਗੁਰੂ ਜੀ ਨੂੰ ਕਹਿਣਾ ਪੈ ਗਿਆ, ਇਹ ਇਨਸਾਨ ਦੀ ਹਾਲਤ ਵੇਖ ਕੇ, ਇਹਦੇ ਹਾਲਾਤ ਵੇਖ ਕੇ ਮਾਲਕ ਜੀ ਆਖਦੇ, ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ, ਕਹਿ ਮਰਨਾ ਸਾਰਾ ਕੁਝ ਕਰ ਰਿਹਾ, ਖਾ ਵੀ ਰਿਹਾ, ਪੀ ਵੀ ਰਿਹਾ, ਹੱਸ ਵੀ ਰਿਹਾ, ਖੇਡ ਵੀ ਰਿਹਾ, ਸੌਂ ਵੀ ਰਿਹਾ, ਬਸ ਮੌਤ ਹੀ ਚੇਤੇ ਨਹੀਂ ਹੈ। ਤੇ ਸਾਹਿਬ ਕਹਿੰਦੇ ਹੁਣ ਹਾਲਾਤ ਵੇਖ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਹੁਣ ਜਿਸ ਜੀਵਨ ਅੰਦਰ ਤੂੰ ਖਾ ਰਿਹਾ, ਪੀ ਰਿਹਾ, ਸੌਂ ਰਿਹਾ, ਹੰਢਾ ਰਿਹਾ, ਇਹ ਸਾਰੀਆਂ ਚੀਜ਼ਾਂ ਤੇਰੇ ਲਈ ਵਿਅਰਥ ਹਨ, ਤ੍ਰਿਕਾਰਯੋਗ ਨੇ। ਜੇ ਕਿਤੇ ਇਹਨਾਂ ਚੀਜ਼ਾਂ ਨੂੰ ਤੂੰ ਖਸਮ ਵਿਸਾਰ ਕੇ ਭੋਗ ਰਿਹਾ, ਮਤਲਬ ਖਾਣ ਲੱਗਿਆ ਖਸਮ ਵਿਸਰ ਗਿਆ, ਤੇਰਾ ਖਾਣਾ ਤ੍ਰਿਕਾਰਯੋਗ। ਕੁਝ ਪੀਣ ਲੱਗਿਆ ਤੈਨੂੰ ਪਰਮੇਸ਼ਵਰ ਵਿਸਰ ਗਿਆ, ਤੇਰਾ ਪੀਣਾ ਵੀ ਤ੍ਰਿਕਾਰਯੋਗ ਹੈ, ਫਿਟਕਾਰਯੋਗ ਹੈ। ਹੱਸਦਿਆਂ ਹੋਇਆਂ, ਸੁੱਤਿਆਂ ਹੋਇਆਂ ਕਿਤੇ ਰੱਬੀ ਚਿੰਤਨ ਤੈਨੂੰ ਭੁੱਲ ਜਾਏ, ਰੱਬੀ ਯਾਦ ਤੇਰੇ ਹਿਰਦੇ ਚੋਂ ਵਿਸਰ ਜਾਏ, ਤੇ ਮਨੁੱਖਾ ਚੇਤੇ ਰੱਖ, ਤੇਰਾ ਹੱਸਣਾ ਤੇ ਸੌਣਾ ਵੀ ਫਿਟਕਾਰਯੋਗ ਹੈ। ਖੁਆਰ ਹੋਏਗਾ, ਖਸਮ ਵਿਸਾਰਤਾ। ਤੇ ਜਿਹੜਾ ਜੀਵ ਆਪਣੇ ਖਸਮ ਨੂੰ ਵਿਸਾਰ ਦੇ, ਆਪਣੇ ਮਾਲਕ ਨੂੰ ਵਿਸਾਰ ਦੇ, ਉਹਦਾ ਕੀ ਬਣਦਾ? ਖੁਆਰੀ ਹੋਈ ਹੈ ਨਾ। ਸਤਿਗੁਰੂ ਕਹਿੰਦੇ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ। ਇਸ ਪ੍ਰਾਣੀ ਦਾ ਮਨ ਮਾਇਆ ਦੇ ਮੋਹ ਵਿੱਚ ਐਸਾ ਫਸਿਆ, ਇਹਨੇ ਜ਼ਰਾ ਮਰਨ ਸਾਰਾ ਕੁਝ ਵਿਸਾਰ ਦਿੱਤਾ ਹੈ। ਸਗੋਂ ਕੁਟੰਬ ਦੇਖ, ਪਰਿਵਾਰ ਨੂੰ ਵੇਖ ਕੇ ਜਾਂ ਪਰਿਵਾਰ ਦੇਖ ਕੇ, ਬਿਗਸੈ ਕਮਲਾ ਜਿਉ,
ਇਉਂ ਖਿੜ ਜਾਂਦਾ ਜਿਵੇਂ ਕਮਲ ਖਿੜਦਾ ਹੈ। ਪਰ ਘਰ ਜੋ ਹੈ ਕਪਟ ਨਰਾ। ਇਹ ਐਡਾ ਕੁ ਕਪਟੀ ਨਰ ਹੈ, ਐਡਾ ਕੁ ਫਰੇਬੀ ਬੰਦਾ ਹੈ ਇਹ। ਸਾਹਿਬ ਕਹਿੰਦੇ ਵੀ ਆਪਣੇ ਪਰਿਵਾਰ ਨੂੰ ਵੇਖ ਕੇ ਖੁਸ਼ ਹੋਈ ਜਾਂਦਾ ਹੈ ਤੇ ਪਰਾਇਆ ਧਨ ਔਰ ਪਰਾਇਆ ਤਨ ਵੇਖਣ ਤੋਂ ਅਜੇ ਨਹੀਂ ਹਟਿਆ। ਪਰ ਘਰ ਜੋ ਹੈ ਪਰਾਏ ਘਰ ਨੂੰ ਤੱਕਦਾ ਹੈ, ਪਰਾਇਆ ਘਰ ਤਾੜਦਾ ਫਿਰਦਾ ਹੈ। ਕਪਟੀ ਹੈ ਨਾ। ਤੇ ਹੁਣ ਕਪਟੀ ਬੰਦਾ ਕੀ ਕਰੇਗਾ? ਜਿਸ ਦੇ ਅੰਦਰ ਇੱਕ ਕਹਿ ਲਓ ਵੀ ਫਰੇਬੀ ਗੁਣ ਹੈ, ਫਰੇਬ ਦਾ ਗੁਣ ਹੈ, ਤੇ ਉਹ ਫਰੇਬ ਹੀ ਕਮਾਏਗਾ ਨਾ। ਉਹਨੇ ਤੇ ਛਲੀ ਕਰਨਾ ਜਿਹੜਾ ਹੈ ਹੀ ਛਲੀ। ਤੇ ਸਾਹਿਬ ਕਹਿੰਦੇ ਇਹ ਐਸਾ ਜੀਵ ਹੈ, ਇਹਦੇ ਹਾਲਾਤ ਐਸੇ ਨੇ ਵੀ ਇਹ ਪਰਾਏ ਘਰ ਨੂੰ ਹੀ ਤਾੜੀ ਜਾਂਦਾ ਹੈ। ਇਹਨੇ ਨਾ ਤੇ ਆਪਣੇ ਬੁਢੇਪੇ ਦਾ ਖਿਆਲ ਕੀਤਾ, ਨਾ ਆਪਣੀ ਉਮਰ ਦਾ ਲਿਹਾਜ਼ ਕੀਤਾ, ਨਾ ਆਪਣੇ ਪਰਿਵਾਰ ਦਾ ਲਿਹਾਜ਼ ਕੀਤਾ। ਆਪਣੇ ਪਰਿਵਾਰ ਨੂੰ ਤੇ ਵੇਖ ਕੇ ਹੱਸਦਾ ਖੁਸ਼ ਹੁੰਦਾ, ਪਰ ਪਰਾਏ ਘਰ ਨੂੰ ਤੱਕਣ ਤੋਂ ਹਟਦਾ ਨਹੀਂ, ਤਾੜ ਨੂੰ ਹਟਦਾ ਨਹੀਂ। ਅੱਖਾਂ ਬਸ ਨਹੀਂ ਕਰਦੀਆਂ, ਇਹਦੇ ਕੰਨ ਹਟਦੇ ਨਹੀਂ, ਇਹਦੀ ਜ਼ੁਬਾਨ ਨਹੀਂ ਰੁਕਦੀ, ਇਹਦੇ ਕਰਮ ਇੰਦਰੇ, ਇਹਦੇ ਗਿਆਨ ਇੰਦਰੇ ਰੁਕਦੇ ਨਹੀਂ। ਇਹ ਐਸੇ ਇਹਦੇ ਹਾਲਾਤ ਬਣ ਚੁੱਕੇ, ਇਹ ਪਰਾਏ ਘਰ ਨੂੰ ਤੱਕਣ ਤੋਂ ਇਹਨੇ ਗੁਰੇਜ਼ ਨਹੀਂ ਕੀਤਾ। ਕਪਟੀ ਹੈ, ਫਰੇਬੀ ਹੈ, ਛਲੀ ਹੈ, ਔਰ ਪਰਾਏ ਘਰ ਨੂੰ ਤਾੜਦਾ ਹੋਇਆ, ਵਿਕਾਰਾਂ ਵਿੱਚ ਗਲਤਾਨ ਹੋਇਆ, ਆਪਣੀ ਜ਼ਿੰਦਗੀ ਬਰਬਾਦ ਕਰੀ ਜਾਂਦਾ। ਆਖਰਕਾਰ ਹੈ ਤੇ ਮਾਇਆ ਦਾ ਮੋਹ ਹੀ ਨਾ। ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਤੇ ਮਾਲਕ ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਦੇ ਆਖਦੇ ਨੇ, ਜਿੱਥੇ ਸਤਿਗੁਰੂ ਜੀ ਨੇ ਆਖਿਆ ਵੀ ਇਨਸਾਨੀ ਜਿਹੜਾ ਮਨ ਹੈ ਨਾ, ਇਹ ਮਨ ਕਦੇ ਵਿਕਾਰਾਂ ਤੋਂ ਰਹਿਤ ਨਹੀਂ ਹੋਇਆ। ਇਹਦੇ ਇੰਦਰੇ ਇਹਨੂੰ ਜਵਾਬ ਦੇ ਜਾਂਦੇ ਨੇ, ਇਹਦੇ ਇੰਦਰੇ ਇਨਕਾਰੀ ਹੋ ਜਾਂਦੇ ਨੇ। ਇਹ ਤੇ ਅਜੇ ਵੀ ਵਿਕਾਰਾਂ ਵਿੱਚ ਖਚਤ ਹੈ। ਇਹਦੀਆਂ ਅੱਖਾਂ ਨੇ ਜਵਾਬ ਦੇਤਾ ਵੀ ਹੁਣ ਨਹੀਂ ਅਸੀਂ ਵੇਖ ਸਕਦੀਆਂ, ਮਨ ਤੇ ਅਜੇ ਵੀ ਵੇਖਣ ਦੀ ਲਾਲਸਾ ਰੱਖੀ ਬੈਠਾ। ਲੱਤਾਂ ਨੇ ਤੁਰਨ ਤੋਂ ਜਵਾਬ ਦੇਤਾ, ਲੱਤਾਂ ਨੇ ਭਾਰ ਝੱਲਣੋਂ ਜਵਾਬ ਦੇਤਾ, ਪਰ ਇਹ ਅਜੇ ਲਾਲਸਾ ਰੱਖੀ ਬੈਠਾ ਹੈ। ਹੱਥ ਕਹਿੰਦੇ ਵੀ ਹੁਣ ਸਾਡੇ ਕੋਲ ਤਾਕਤ ਨਹੀਂ, ਸਾਡੇ ਕੋਲ ਬਲ ਨਹੀਂ ਹੈ, ਪਰ ਇਹ ਅਜੇ ਵੀ ਮਨ ਵਿੱਚ ਲਾਲਸਾ ਰੱਖੀ ਬੈਠਾ। ਹੱਥ ਜਵਾਬ ਦੇ ਗਏ, ਲਾਲਸਾ ਤੇ ਅਜੇ ਵੀ ਹੈ। ਇਸੇ ਤਰ੍ਹਾਂ ਜ਼ੁਬਾਨ ਕਹਿ ਲੋ, ਕੰਨਾਂ ਨੂੰ ਕਹਿ ਲੋ, ਜਾਂ ਬਾਕੀ ਜਿਹੜੇ ਸਰੀਰਕ ਅੰਗ ਪਰਮੇਸ਼ਵਰ ਵੱਲੋਂ ਦਿੱਤੇ, ਹਰ ਇੰਦਰੇ ਵੱਲੋਂ ਇਹਨੂੰ ਇਨਕਾਰ ਹੋ ਗਿਆ, ਪਰ ਮਨ ਅਜੇ ਵੀ ਲਾਲਸਾ ਵਿੱਚ ਬੈਠਾ ਹੈ। ਸਤਿਗੁਰੂ ਕਿਹਾ ਇੰਦਰੀ ਕਾ ਬਲ ਥਾਕਾ, ਤੇਰੇ ਇੰਦਰੀਆਂ ਦਾ ਬਲ ਰਹਿ ਗਿਆ, ਪਰ ਮਨੁੱਖਾ ਤੂੰ ਆਪਣੇ ਮਨ ਵੱਲ ਕਿਤੇ ਝਾਤ ਮਾਰ ਕੇ ਵੇਖ, ਤੂੰ ਐਡਾ ਕਪਟੀ ਹੈ, ਤੇਰਾ ਮਨ ਅਜੇ ਵੀ ਨਹੀਂ ਰੁਕਿਆ। ਮਨ ਤੇ ਅਜੇ ਵੀ ਵਿਕਾਰਾਂ ਵਾਲੇ ਪਾਸੇ ਤੁਰ ਪੈਂਦਾ। ਕਿਤੇ ਜਦੋਂ ਮਨ ਵਿਕਾਰਾਂ ਵਾਲੇ ਪਾਸੇ ਤੁਰੇ, ਮਨ ਨੇ ਕਦੇ ਲਿਹਾਜ਼ ਕੀਤਾ ਉਮਰ ਦਾ, ਜਾਂ ਮਨ ਨੇ ਕਦੇ ਪਰਿਵਾਰ ਦਾ ਲਿਹਾਜ਼ ਕੀਤਾ ਹੋਵੇ? ਮਨ ਨੇ ਨਾ ਉਮਰ ਦਾ ਲਿਹਾਜ਼ ਕੀਤਾ, ਨਾ ਪਰਿਵਾਰ ਦਾ ਲਿਹਾਜ਼ ਕੀਤਾ। ਇੱਥੋਂ ਤੱਕ ਮਨ ਤੇ ਕਦੇ ਹਾਲਾਤਾਂ ਦਾ ਤੇ ਮਨ ਕਦੇ ਥਾਂ ਦਾ ਵੀ ਲਿਹਾਜ਼ ਨਹੀਂ ਕਰਦਾ। ਹਾਲਾਤ ਚੰਗੇ ਨੇ ਜਾਂ ਮਾੜੇ ਨੇ, ਮਨ ਫਿਰ ਵਿਕਾਰੀ। ਅਸਥਾਨ ਚੰਗਾ ਹੈ ਜਾਂ ਮਾੜਾ ਹੈ, ਮਨ ਫਿਰ ਵਿਕਾਰੀ। ਮਨ ਤੇ ਐਡਾ ਗੰਦਗੀ ਨਾਲ ਭਰ ਚੁੱਕਾ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਧਰਮ ਅਸਥਾਨਾਂ ਉੱਤੇ ਆ ਕੇ ਵੀ ਮਨ ਵਿਕਾਰੀ ਦਾ ਵਿਕਾਰੀ ਹੋਈ ਬੈਠਾ ਹੈ। ਐਸੇ ਹਾਲਾਤ ਮਨਾਂ ਦੇ ਬਣ ਚੁੱਕੇ। ਇਨਸਾਨੀ ਜੀਵਨ ਹੈ, ਕਪਟ ਨਾਲ ਭਰ ਚੁੱਕਾ ਹੈ ਇਨਸਾਨ, ਛਲ ਨਾਲ ਭਰ ਚੁੱਕਾ, ਫਰੇਬ ਨਾਲ ਭਰ ਚੁੱਕਾ ਹੈ। ਸਾਹਿਬ ਕਹਿੰਦੇ ਮਨ ਮਾਇਆ ਵਿੱਚ ਐਸਾ ਗ੍ਰਸਤ ਹੋ ਚੁੱਕਾ ਹੈ, ਮਨ ਐਸਾ ਖਚਤ ਹੋ ਚੁੱਕਾ ਹੈ, ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ। ਇਹ ਕਪਟੀ ਨਰ ਅੱਜ ਵੀ ਪਰਾਏ ਘਰ ਨੂੰ ਤਾੜਦਾ ਹੈ। ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਫਿਰ ਇਹ ਕਰਦਾ ਕੀ ਹੈ? ਸਾਹਿਬ ਕਹਿੰਦੇ ਅਨੇਕ ਅਨੇਕ ਭੋਗ
ਰਾਜ ਇਹ ਕੁਛ ਕਰਦਾ ਹੈ। ਰਾਜ ਭੋਗਦਾ, ਰਾਜ ਗੱਦੀ ਤੇ ਬੈਠਾ ਹੈ, ਅਨੇਕਾਂ ਰਸ ਭੋਗਦਾ, ਰਸ ਮਾਣੀ ਜਾਂਦਾ ਹੈ, ਹੋਰ ਕਈ ਤਰ੍ਹਾਂ ਦੇ ਕਰਮ ਕਰੀ ਜਾਂਦਾ ਹੈ, ਪਰ ਇਹਨਾਂ ਕਰਮਾਂ ਨੂੰ ਕਰਦਾ ਹੋਇਆ ਵਿਸਰੇ ਪਰਮੇਸ਼ਵਰ ਨੂੰ ਵਿਸਰ ਜਾਂਦਾ ਪ੍ਰਾਣੀ। ਇਹ ਬੰਦਾ ਅਨੇਕ ਅਨੇਕ ਭੋਗ ਰਾਜ ਸਾਰਾ ਕੁਝ ਭੋਗ ਰਿਹਾ, ਵਿਸਰੇ ਪ੍ਰਾਣੀ। ਇਹ ਪ੍ਰਾਣੀ ਜਿਹੜਾ ਵਿਸਰ ਗਿਆ ਕਿਹਨੂੰ? ਪਰਮੇਸ਼ਵਰ ਨੂੰ ਭੁਲਾਤਾ ਇਹਨੇ। ਚਾਹੀਦਾ ਤੇ ਇਹ ਸੀ ਰਾਜ ਗੱਦੀ ਤੇ ਬੈਠਾ, ਰਾਜ ਦੇਣ ਵਾਲੇ ਦਾ ਸ਼ੁਕਰਾਨਾ ਕਰਦਾ, ਪਰ ਰਾਜ ਗੱਦੀ ਤੇ ਬੈਠਾ ਕਹਿੰਦਾ ਵੀ ਰਾਜਾ ਹੀ ਮੈਂ ਆ ਤੇ ਰੱਬ ਵੀ ਮੈਂ ਆ। ਰਸ ਭੋਗਦਾ ਹੋਇਆ ਇਹ ਇਨਸਾਨ ਚਾਹੀਦਾ ਤੇ ਇਹ ਸੀ ਵੀ ਰਸ ਮਾਣਦਾ ਹੋਇਆ ਪਰਮੇਸ਼ਵਰ ਦਾ ਸ਼ੁਕਰ ਗੁਜ਼ਾਰਦਾ ਵੀ ਰੱਬ ਜੀ ਉਹ ਤੁਹਾਡਾ ਸ਼ੁਕਰ ਹੈ, ਆਪ ਜੀ ਨੇ ਇੰਨਾ ਰਸ ਭੋਗਣ ਵਾਸਤੇ ਦਿੱਤਾ ਹੈ, ਬਖਸ਼ਿਸ਼ ਕੀਤਾ ਹੈ। ਪਰ ਇਹ ਇਨਸਾਨ ਰਸ ਭੋਗਦਾ ਹੋਇਆ ਵੀ ਇਹੋ ਕਹਿੰਦਾ ਮੇਰੀ ਤਾਕਤ ਹੈ, ਮੇਰਾ ਬਲ ਹੈ, ਮੇਰੀ ਸਮਰੱਥ ਹੈ, ਰੱਬ ਵੀ ਮੈਂ, ਰਸ ਮੇਰੀ ਮਰਜ਼ੀ ਦਾ। ਰੱਬ ਫੇਰ ਭੁੱਲ ਗਿਆ। ਭੋਗ ਤੇ ਕਰ ਹੀ ਰਿਹਾ ਨਾ, ਭੋਗਣਾ ਮਤਲਬ ਮੰਨਣਾ। ਹਰ ਵਸਤੂ ਮੰਨ ਰਿਹਾ ਹੈ, ਪਰ ਕਿਹੜੀ ਵਸਤੂ ਹੈ ਜਿਹਨੂੰ ਮੰਨਦਾ ਹੋਇਆ ਇਹਨੇ ਕਦੇ ਰੱਬ ਚੇਤੇ ਕੀਤਾ ਹੋਵੇ? ਇਹ ਤੇ ਆਪਣੇ ਸ਼ਬਦਾਂ ਨੂੰ ਜਦੋਂ ਕਾਵ ਦੀ ਰੰਗਤ ਦਿੰਦਾ ਹੈ ਨਾ, ਤੇ ਆਪਣੇ ਜ਼ੁਬਾਨ ਦੇ ਸ਼ਬਦਾਂ ਤੋਂ ਕਾਵ ਦੀ ਰੰਗਤ ਦਿੰਦਾ ਹੋਇਆ ਵੀ ਆਖ ਦਿੰਦਾ ਵੀ ਜਦੋਂ ਕਿਤੇ ਭਰ ਜੋਬਨ ਇਨਸਾਨ ਤੇ ਆਇਆ ਹੋਵੇ ਫਿਰ ਨਹੀਂ ਇਹਨੂੰ ਰੱਬ ਯਾਦ ਆਉਂਦਾ, ਫਿਰ ਤੇ ਰੱਬ ਭੁੱਲ ਕੇ ਆਪਣੇ ਜੋਬਨ ਅੰਦਰ ਐਸਾ ਮਸਤ ਹੁੰਦਾ ਹੈ, ਆਪਣੇ ਜੀਵਨ ਅੰਦਰ ਐਸਾ ਮਸਤ ਹੁੰਦਾ ਹੈ ਕਿ ਰਸਾਂ ਨੂੰ ਭੋਗਦਾ ਹੋਇਆ ਗਲਤਾਨ ਹੋ ਜਾਂਦਾ ਹੈ, ਪਰ ਇਹ ਇਨਸਾਨ ਰੱਬ ਨਹੀਂ ਚੇਤੇ ਕਰ ਸਕਿਆ। ਸਾਹਿਬ ਕਹਿੰਦੇ ਬਣੇਗਾ ਤੇਰਾ ਕੀ, ਅਨੇਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ। ਤੇ ਇਹਦੀ ਹਾਲਤ ਪਤਾ ਕੀ ਹੈ? ਸੰਸਾਰ ਸਾਗਰ ਪੈ ਅਮਰ ਭਇਆ। ਦੂਜਿਆਂ ਨੂੰ ਕਹਿੰਦਾ ਵੀ ਹੁਣ ਤੇਰੀ ਵਾਰੀ, ਆਪਣੇ ਵੱਲ ਕਦੇ ਵੇਖਿਆ ਹੀ ਨਹੀਂ। ਕਿਤੇ ਕਹੇ ਸਿਰਫ ਸੰਸਾਰਕ ਉਦਾਹਰਣ, ਕਿਸੇ ਦੇ ਅੰਤਿਮ ਸੰਸਕਾਰ ਉੱਤੇ, ਅੰਤਿਮ ਅਰਦਾਸ ਉੱਤੇ ਇਕੱਠਾ ਹੋ ਜਾਏ ਨਾ ਕੋਈ 4 ਬੰਦੇ, ਬਜ਼ੁਰਗ ਆਪਸ ਵਿੱਚ ਬੈਠੇ ਇੱਕ ਦੂਜੇ ਨੂੰ ਆਖਦੇ ਵੀ ਹੁਣ ਤੇਰੀ ਵਾਰੀ ਹੈ, ਜਾਂ ਕਿਤੇ ਆਪਸ ਵਿੱਚ ਹਾਸਾ ਠੱਠਾ ਕਰਦੇ ਹੋਣ ਤੇ ਹਾਸਾ ਠੱਠਾ ਕਰਦਿਆਂ ਵੀ ਇਹ ਲਫ਼ਜ਼ ਵਰਤਦੇ ਵੀ ਹੁਣ ਮੈਂ ਤੇਰੀਆਂ ਜਲੇਬੀਆਂ ਖਾਣੀਆਂ ਨੇ। ਮਤਲਬ ਆਪਣੇ ਆਪ ਨੂੰ ਅਜੇ ਵੀ ਸਥਿਰ ਮੰਨੀ ਬੈਠ, ਹੋ ਸਕਦਾ ਤੈਨੂੰ ਤੇਰੀਆਂ ਉਹਨੂੰ ਖਾਣੀਆਂ ਪੈ ਜਾਣ, ਇਹ ਵੀ ਤੇ ਹੋ ਸਕਦਾ। ਇਨਸਾਨ ਆਪਣੇ ਆਪ ਨੂੰ ਸਥਿਰ ਤੇ ਦੂਜੇ ਨੂੰ ਨਾਸ਼ਵਾਨ ਸਮਝਦਾ ਹੈ। ਮਾਲਕ ਕਹਿੰਦੇ ਸੰਸਾਰ ਸਾਗਰ ਪੈ ਅਮਰ, ਇਹਨੇ ਖਲਾਰਾ ਤੇ ਏਦਾਂ ਖਲਾਰਿਆ ਹੋਇਆ, ਪਸਾਰਾ ਤੇ ਏਦਾਂ ਪਸਾਰ ਕੇ ਬੈਠਾ ਵੀ ਜਿਵੇਂ ਜਾਣਾ ਹੀ ਨਹੀਂ। ਗੁਰੂ ਅੰਗਦ ਸਾਹਿਬ ਨੂੰ ਪੜੋ, ਮਾਲਕ ਬਾਦਸ਼ਾਹ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿੰਨਾ ਇਨਸਾਨਾਂ ਨੇ ਅੱਜ ਵਿਥਾਰ ਕੀਤਾ ਹੋਇਆ ਹੈ, ਕਿਤੇ ਕਿਸੇ ਨੇ ਸਮਝਿਆ ਵੀ ਮੈਂ ਜਾਣਾ ਹੈ? ਅਸੀਂ ਆਪਣੇ ਆਪਣੇ ਵਾਲੀ ਝਾਤ ਮਾਰ ਕੇ ਵੇਖ ਲਈਏ, ਆਪਣੇ ਆਪਣੇ ਖਲਾਰੇ ਹੀ ਵੇਖ ਲਈਏ, ਹੈ ਕਿਤੇ ਅਸੀਂ ਸਮਝਿਆ ਵੀ ਅਸੀਂ ਜਾਣਾ ਹੈ? ਸਾਡਾ ਖਲਾਰਾ ਹੀ ਇੰਨਾ ਕੁ। ਅਸੀਂ ਤੇ ਕਿਸੇ ਦੇ ਚਲਾਣੇ ਤੇ ਚਲੇ ਜਾਈਏ ਨਾ, ਤੇ ਚਲਾਣੇ ਤੇ ਜਾ ਕੇ ਸਾਡੀ ਜ਼ੁਬਾਨ ਇਹ ਕਹਿੰਦੀ ਹੈ ਸਾਰੇ ਖਲਾਰੇ ਉਵੇਂ ਹੀ ਛੱਡ ਗਿਆ। ਜੇ ਉਹ ਸਾਰੇ ਖਲਾਰੇ ਉਦਾਂ ਛੱਡ ਗਿਆ ਤੇ ਸੱਜਣਾ ਤੂੰ ਹੋਣੀ ਸੁਚੇਤ ਹੋ ਜਾ, ਇਕੱਠੇ ਕਰ ਲਾ ਆਪਦੇ ਵੀ ਤੂੰ ਕਿਤੇ ਨਾ ਛੱਡ ਕੇ ਚਲਾ ਜਾਈਂ। ਉਹਨੂੰ ਕਹਿੰਦਾ ਸਾਰੇ ਪਸਾਰੇ ਛੱਡ ਗਿਆ, ਆਪ ਘਰ ਆ ਕੇ ਹੋਰ ਪਸਾਰੀ ਜਾਂਦਾ ਹੈ, ਆਪਣੇ ਤੇ ਅਜੇ ਨਹੀਂ ਛੱਡੇ। ਸੰਸਾਰ ਸਾਗਰ ਪੈ ਅਮਰ ਪਿਆ, ਆਪਣੇ ਆਪ ਨੂੰ ਅਮਰ ਮੰਨ ਕੇ ਬੈਠਾ ਵੀ ਮੈਂ ਨਹੀਂ ਮਰਨਾ, ਦੁਨੀਆ ਸਾਰੀ ਮਰ ਜਣੀ ਹੈ ਪਰ ਆਪਾਂ ਨੂੰ ਮੌਤ ਨਹੀਂ ਆਉਣੀ। ਸੱਜਣਾ ਜੇ ਤੂੰ ਪੈਦਾ ਹੋਇਆ ਮਰਨਾ ਤੇ ਤੂੰ ਵੀ ਹੈ, ਜੇ ਤੂੰ ਜਨਮ ਲਿਆ ਹੈ ਮੌਤ ਤੇ ਤੈਨੂੰ ਵੀ ਹੋਣੀ ਹੈ, ਜੇ ਤੂੰ ਉਪਜਿਆ ਹੈ ਤੇ ਬਿਨਸੇਗਾ ਵੀ ਜ਼ਰੂਰ। ਤੇ ਇਸ ਲਈ ਇਹ ਨਾ ਸੋਚ ਕੇ ਦੁਨੀਆ ਨੇ ਮਰਨਾ ਹੈ, ਇਹ ਸੋਚ ਤੂੰ ਮਰਨਾ ਹੈ, ਮਤਲਬ ਮੈਂ ਵੀ ਮਰਨਾ ਹੈ। ਦੁਨੀਆ ਮਰੇ ਭਾਵੇਂ ਨਾ,
ਦੁਨੀਆ 'ਚ ਕੋਈ ਅੱਜ ਮਰੇ ਕੋਈ ਕੱਲ ਮਰੇ। ਸੱਜਣਾ ਤੂੰ ਆਪਣੇ ਵੱਲ ਝਾਤ ਮਾਰ ਕੇ ਵੇਖ, ਹੋ ਸਕਦਾ ਤੇਰੇ ਲਈ ਤੇਰੀ ਕੱਲ ਵੀ ਨਾ ਆਵੇ। ਫਿਰ ਮਾਇਆ ਮੂਠਾ ਚੇਤਸ ਨਹੀਂ, ਮਾਇਆ ਹੱਥੋਂ ਠੱਗਿਆ ਹੋਇਆ ਰੱਬ ਨੂੰ ਚੇਤੇ ਕਰਦਾ ਹੀ ਨਹੀਂ। ਜਨਮ ਗਵਾਇਓ ਆਲਸੀਆ, ਸਾਹਿਬ ਕਹਿੰਦੇ ਉਹ ਆਲਸੀਆ ਤੇਰਾ ਸਾਰਾ ਜਨਮ ਗਵਾਚ ਗਿਆ ਹੀ। ਕਿੱਡਾ ਅਵੇਸਲਾ ਹੈ ਤੂੰ, ਵੀ ਤੂੰ ਆਪਣੇ ਜਨਮ ਵਾਲੇ ਪਾਸੇ ਵੀ ਸੁਚੇਤਤਾ ਨਹੀਂ ਰੱਖੀ, ਜੀਵਨ ਵਾਲੇ ਪਾਸੇ ਵੀ ਧਿਆਨ ਨਹੀਂ ਮਾਰਿਆ। ਐਡਾ ਆਲਸ ਕੀ ਹੋ ਗਿਆ ਜੇ ਤੈਨੂੰ ਮਾਇਆ ਨੇ ਠੱਗ ਲਿਆ? ਥੋੜਾ ਬਹੁਤਾ ਤੇ ਸੁਚੇਤ ਹੋ, ਐਡਾ ਵੀ ਆਲਸ ਕੀ ਕਰਨਾ? ਵੀ ਉਸ ਆਲਸ ਵਿੱਚ ਐਡਾ ਕੁ ਜ਼ਿਆਦਾ ਆਲਸੀ ਬਣ ਚੁੱਕੇ ਹੈ, ਗਫਲਤ ਵਿੱਚ ਐਡਾ ਕੁ ਗਲਤਾਨ ਹੋ ਚੁੱਕੇ ਹੈ। ਜਨਮ ਗਵਾਇਓ, ਸਾਰਾ ਜਨਮ ਗਵਾ ਕੇ ਬਹਿ ਗਏ ਹੈ। ਆਲਸੀਆ, ਹੇ ਆਲਸ ਵਿੱਚ ਉਲਝੇ ਹੋਏ ਮਨੁੱਖਾ, ਆਲਸ ਵਿੱਚ ਫਸੇ ਹੋਏ ਮਨੁੱਖਾ, ਆਪਣੇ ਵੱਲ ਝਾਤ ਮਾਰ ਕੇ ਵੇਖ, ਆਪਣੇ ਜੀਵਨ ਵੱਲ ਵੇਖ। ਤੇਰਾ ਸਾਰੇ ਦਾ ਸਾਰਾ ਜੀਵਨ ਤੂੰ ਆਪ ਹੀ ਮਾਇਆ ਦੇ ਮੋਹ ਵਿੱਚ ਗਰਸਾ ਹੋਇਆ ਬਰਬਾਦ ਕਰ ਰਿਹਾ ਹੈ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤਹ ਨਾ ਪ੍ਰਵੇਸੰ, ਮਾਇਆ ਮੋਹ ਤਬ ਬਿਸਰ ਗਿਆ, ਜਾਂ ਤਜਿਅਲੇ ਸੰਸਾਰੰ। ਫਿਰ ਕਹਿੰਦੇ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ। ਬੰਦਿਆ ਜਿਹੜੇ ਰਾਹ ਤੋਂ ਜਾਣਾ ਨਾ ਉਹ ਬੜਾ ਘੋਰ, ਮਤਲਬ ਡਰਾਉਣਾ, ਘੁੱਪ ਹਨੇਰੇ ਵਾਲਾ ਔਖਾ ਜਿਹਾ ਰਾਹ ਹੈ। ਉਹ ਰਸਤਾ ਏਦਾਂ ਦਾ ਰਵ ਸਸ ਤਹ ਨਾ ਪ੍ਰਵੇਸੰ, ਨਾ ਉੱਥੇ ਸੂਰਜ ਚੜੇ ਤੇ ਨਾ ਚੰਦ। ਇਹਨੂੰ ਇਸ ਤਰ੍ਹਾਂ ਕਹਿ ਲਈਏ, ਮਨੁੱਖਾ ਜਿਹੜੇ ਰਾਹਾਂ ਤੇ ਤੂੰ ਤੁਰ ਰਿਹਾ ਨਾ, ਉਹ ਰਾਹ ਤੇ ਨਾ ਸੂਰਜ ਹੈ ਤੇ ਨਾ ਚੰਦਰਮਾ ਹੈ। ਅੱਜ ਭਾਵੇਂ ਤੂੰ ਮਾਇਆ ਦੇ ਮੋਹ ਵਿੱਚ ਗਲਤਾਨ ਹੈ, ਖਚਤ ਹੈ, ਉਦਣ ਵੀ ਤੇ ਸਾਰਾ ਕੁਝ ਛੱਡੇਗਾ ਹੀ ਨਾ ਜਿੱਦਣ ਸੰਸਾਰ ਛੱਡ ਕੇ ਜਾਏਗਾ। ਅੱਜ ਇਨਸਾਨ ਨੂੰ ਮਾਇਆ ਛੱਡਣ ਦਾ ਜ਼ਿਕਰ ਕਰਕੇ ਵੇਖੋ, ਹੈ ਕਿਤੇ ਤਿਆਰ? ਵੀ ਬਸ ਕਰ ਹੁਣ, ਹੋਰ ਇਕੱਠਾ ਕਰਕੇ ਮਾਇਆ ਨੂੰ ਕੀ ਲੈਣਾ? ਪਰ ਨਹੀਂ, ਸਾਰੀ ਜ਼ਿੰਦਗੀ ਵਿਚਾਰਾ ਇਕੱਠਾ ਕਰੀ ਜਾਂਦਾ ਹੈ, ਕਰੀ ਜਾਂਦਾ ਹੈ। ਅਖੀਰ ਹੱਥ ਵਿੱਚ ਫਿਰ ਖਾਲੀ ਠੂਠਾ ਹੀ ਰਹਿ ਜਾਂਦਾ ਹੈ, ਜਾਂ ਕਿਉਂ ਇਉਂ ਕਹਿ ਲਈਏ ਵੀ ਛੂਛੇ ਹੱਥ ਹੀ ਰਹਿ ਜਾਂਦੇ, ਉਦੋਂ ਬਿਨਾਂ ਤੇ ਹੱਥ ਕੁਛ ਵੀ ਨਹੀਂ ਆਇਆ। ਇੱਥੋਂ ਤੱਕ ਇਹ ਇਨਸਾਨ ਦੀ ਜਦੋਂ ਹਾਲਤ ਸਾਹਿਬ ਨੇ ਬਿਆਨ ਕੀਤੀ ਨਾ, ਤੇ ਮਾਲਕ ਪਾਤਸ਼ਾਹ ਕਹਿੰਦੇ ਵੀ ਜਿੱਦਣ ਜਾਂਦਾ ਨਾ ਇਹ ਸੰਸਾਰ ਤੋਂ, ਉਦਣ ਵੀ ਨਾਂਗਾ ਵਸਤਰਾਂ ਤੋਂ ਹੀ ਨਹੀਂ ਜਾਂਦਾ ਹੈ। ਨਾਂਗੋ ਆਇਆ ਨਾਂਗੋ ਜਾਸੀ, ਆਇਆ ਵੀ ਵਸਤਰਾਂ ਤੋਂ ਹੀ ਨਾ ਸੀ। ਜਦੋਂ ਜ਼ਿੰਦਗੀ ਜਿਉਂਦਾ ਸੀ ਨਾ ਉਦੋਂ ਬੜੇ ਕੀਮਤੀ ਵਸਤਰ ਪਾਉਂਦਾ ਰਿਹਾ, ਤੇ ਜਿੱਦਣ ਜਾਣ ਦੀ ਵਾਰੀ ਆਈ ਉਦਣ ਫੇਰ ਨੰਗਾ, ਫੇਰ ਵਸਤਰਹੀਣ। ਜਿਸ ਦਿਨ ਗਿਆ ਉਸ ਦਿਨ ਫੇਰ ਵਸਤਰਾਂ ਤੋਂ ਹੀਣ ਗਿਆ, ਉਦਣ ਤੇ ਫੇਰ ਕੁਛ ਨਹੀਂ ਮਿਲਿਆ। ਸਾਰੀ ਜ਼ਿੰਦਗੀ ਇਕੱਠਾ ਕਿੰਨਾ ਕੁਛ ਕੀਤਾ ਹੈ। ਕੀ ਕੱਪੜਿਆਂ ਦੀ ਕਮੀ ਹੈ? ਬਾਪੂ ਜੀ ਬਾਣੀ ਚ ਕਹਿੰਦੇ ਵੀ ਹਾਲਾਤ ਤੇਰੇ ਤੇ ਤੈਨੂੰ ਜਦੋਂ ਜਾਣ ਲੱਗਿਆ ਜ਼ਮੀਨ ਮਿਲਣੀ ਤੇ 3.5 ਤੇ 4.25 ਇਦੋਂ ਵੱਧ ਨਹੀਂ ਮਿਲਣੀ। ਕੀ ਹੁਣ ਜਾਇਦਾਦ ਦੀ ਕਮੀ ਹੈ?
ਜਾਣ ਲੱਗਿਆ ਇੱਕ ਢੇਲਾ ਤੇਰੇ ਨਾਲ ਨਹੀਂ ਜਾਣਾ। ਧਨ ਦੀ ਕਮੀ ਹੈ। ਇਨਸਾਨੀ ਜੀਵਨ ਹੈ, ਇੱਕ ਮਨੁੱਖ ਜਿਉਂ ਰਿਹਾ, ਜਿਉਂਦਾ ਹੋਇਆ ਕੀ ਕਰਦਾ? ਧਨ ਇਕੱਠਾ, ਬੈਂਕ ਬੈਲੈਂਸ, ਪ੍ਰਾਪਰਟੀ ਬਣਾਈ ਜਾਂਦਾ ਹੈ। ਇੱਧਰ ਵੀ ਥਾਂ ਲੈ ਲਿਆ, ਇੱਧਰ ਵੀ ਲੈ ਲਿਆ, ਬਣਾਈ ਹੋਈ ਜਾਂਦਾ ਹੈ। ਕੱਪੜਿਆਂ ਤੋਂ ਨਹੀਂ ਹਟਿਆ, ਵਸਤੂਆਂ ਤੋਂ ਨਹੀਂ ਹਟਿਆ, ਪਦਾਰਥਾਂ ਤੋਂ ਨਹੀਂ ਹਟਿਆ। ਦੇਖੋ ਨਾ, ਇਨਸਾਨ ਨੇ ਪ੍ਰਾਪਰਟੀ ਇੰਨੀ ਬਣਾਈ, ਪਰ ਜਿੱਦਣ ਜਾਣ ਦੀ ਵਾਰੀ ਆਈ ਲੈ ਕੇ ਫਿਰ ਸ਼ਮਸ਼ਾਨ ਘਾਟ ਗਏ। ਧਨ ਇੰਨਾ ਇਕੱਠਾ ਕੀਤਾ ਇਨਸਾਨ ਨੇ, ਜਿੱਦਣ ਜਾਣਾ ਪਿਆ ਉਦਣ ਅਗਲਿਆਂ ਜੇਬਾਂ ਵੀ ਨਹੀਂ ਛੱਡੀਆਂ ਫਰੋਲਣੋਂ। ਵਹੀਕਲ ਇੰਨੇ ਇਕੱਠੇ ਕੀਤੇ, ਜਿੱਦਣ ਜਾਣਾ ਪਿਆ, ਜਿੱਦਣ ਗਿਆ ਅਗਲਿਆਂ ਨੇ ਮੋਢਿਆਂ ਤੇ ਚੁੱਕਿਆ। ਉਦਣ ਇਹ ਨਹੀਂ ਕਿਹਾ ਵੀ ਚਲੋ ਇਸੇ ਦੀ ਖਰੀਦੀ ਗੱਡੀ 'ਚ ਲੈ ਜਾਓ, ਵੀ ਇਹਨੇ ਬੜੇ ਵਹੀਕਲ ਇਕੱਠੇ ਕੀਤੇ। ਜਾਂ ਅਗਲੇ ਇਹ ਕਹਿ ਦੇਣ ਵੀ ਇੰਨੀ ਜਾਇਦਾਦ ਬਣਾਈ ਹੈ, ਕੋਈ ਇੱਕ ਪਲਾਟ ਇਹਨੂੰ ਹੀ ਦੇ ਦਿਓ, ਉੱਥੇ ਜਾ ਕੇ ਅੱਗ ਲਾ ਦਿੰਨੇ ਆ। ਨਹੀਂ, ਇੰਨੇ ਕੱਪੜੇ ਇਹਨੇ ਜ਼ਿੰਦਗੀ 'ਚ ਬਣਾਏ, ਇੰਨੇ ਵਸਤਰ ਇਕੱਠੇ ਕੀਤੇ, ਇੱਕ ਵਧੀਆ ਵਸਤਰ ਹੀ ਪਾ ਦੇਣ। ਉਹ ਨਹੀਂ, ਫੇਰ ਲਿਆ ਕੇ ਉਹੀ ਇੱਕ ਵਸਤਰ ਕਫਨ ਰੂਪ ਵਿੱਚ ਉਹੀ ਲਿਆ ਕੇ ਤਨ ਤੇ ਪਾਇਆ। ਕੀ ਮਿਲਿਆ? ਸਾਹਿਬ ਜੀ ਕਹਿੰਦੇ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤਹ ਨਾ ਪ੍ਰਵੇਸ਼ੰ, ਮਾਇਆ ਮੋਹ ਤਬ ਵਿਸਰ ਗਿਆ। ਉਦੋਂ ਵੀ ਤੇ ਵਿਸਰੇਗਾ ਹੀ ਨਾ, ਜਾਂ ਤਜੀ ਅਲੇ ਸੰਸਾਰੰ, ਉਦੋਂ ਵੀ ਤੇ ਛੱਡ ਕੇ ਹੀ ਜਾਏਗਾ ਨਾ ਸਾਰਾ ਕੁਝ। ਅੱਜ ਤੇ ਮੈਂ ਮੇਰੀ ਦੇ ਵਿੱਚ ਗਲਤਾਨ ਹੈ। ਜਿੱਦਣ ਸੰਸਾਰ ਤੋਂ ਜਾਏਗਾ ਉਦਣ ਕੀ ਕਰੇਗਾ? ਉਦਣ ਕਿਹਨੂੰ ਆਖੇਗਾ ਵੀ ਮੇਰਾ ਧਨ ਹੈ, ਮੇਰੀ ਦੌਲਤ ਹੈ, ਮੇਰੀ ਜ਼ਮੀਨ, ਮੇਰੀ ਜਾਇਦਾਦ ਹੈ। ਜਿਉਂਦਾ ਤੇ ਇਹ ਕਹੀ ਜਾਣਾ, ਹਉ ਘਾਲੋਂ ਹਉ ਸਾਧੋਂ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਜਿਉਂਦਾ ਤੇ ਆਖੀ ਜਾਣਾ, ਮਰਨ ਤੋਂ ਬਾਅਦ ਚ ਅਗਲਿਆਂ ਨੇ ਤੈਨੂੰ ਵੜਨ ਨਹੀਂ ਦੇਣਾ। ਹੈ ਕਿਤੇ ਪੈਰ ਤੇਰਾ ਲਾ ਦੇਣ ਕਿਤੇ ਲਿਜਾ ਕੇ। ਜਿਉਂਦਾ ਹੋਏ ਤੇ ਕਹੀ ਜਾਣਾ, ਇਹ ਘੋੜੇ, ਇਹ ਪਾਖਰ, ਇਹ ਤਖਤ, ਸਾਰਾ ਕੁਝ ਮੇਰਾ ਹੈ। ਮਰਨ ਤੋਂ ਬਾਅਦ ਚ ਤੈਨੂੰ ਕਿੰਨੇ ਦੇਣਾ? ਸਾਰਾ ਕੁਝ ਛੱਡ ਕੇ ਹੀ ਜਾਏਗਾ ਨਾ, ਤੇ ਪਹਿਲਾਂ ਹੀ ਤਿਆਗ ਦੇ। ਤਿਆਗਣ ਤੋਂ ਭਾਵ ਵੀ ਇਹਦੇ ਨਾਲ ਜਿਹੜਾ ਮੋਹ ਪਾਈ ਬੈਠਾ ਸੱਜਣਾ, ਉਹ ਮੋਹ ਛੱਡ ਦੇ, ਤਿਆਗ ਦੇ। ਮਰਨ ਤੋਂ ਬਾਅਦ ਚ ਵੀ ਤੇ ਛੱਡੇਗਾ ਨਾ, ਕਿਉਂਕਿ ਜਿਹੜੇ ਮਾਰਗ ਉੱਤੇ ਜਾਣਾ ਹੈ ਉਸ ਮਾਰਗ ਦੇ ਪ੍ਰਤੀ ਗੁਰੂ ਅਰਜਨ ਸਾਹਿਬ ਜੀ ਜ਼ਿਕਰ ਕਰਦੇ ਆ, ਆਖਦੇ, ਕਹਿੰਦੇ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸ਼ਾ। ਜਿਹੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਇਦੂ ਬਿਨਾ ਛੁਟਕਾਰਾ ਹੈ? ਰੱਬੀ ਚਿੰਤਨ ਤੋਂ ਬਿਨਾ ਕਿਤੇ ਛੁਟਕਾਰਾ ਹੋਵੇ? ਧਨ ਜੋੜਨ ਵਾਲੇ ਬਹੁਤ ਜੋੜ ਕੇ ਗਏ, ਇਮਾਰਤਾਂ ਬਣਾਉਣ ਵਾਲਿਆਂ ਨੇ ਬੜੀਆਂ ਇਮਾਰਤਾਂ ਬਣਾਈਆਂ, ਕੀ ਛੁਟਕਾਰਾ ਹੋਇਆ? ਛੁਟਕਾਰਾ ਕਿੱਥੇ? ਜਿਹਨੂੰ ਬਾਪੂ ਗੁਰੂ ਅਰਜਨ ਸਾਹਿਬ ਕਹਿੰਦੇ ਨਾ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਤੇ ਉਹੀ ਹੈ ਜਿਹਨੇ ਆਪਣੀ ਲਿਵ ਨੂੰ, ਆਪਣੀ ਸੁਰਤ ਨੂੰ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਜੋੜਿਆ। ਇਮਾਰਤਾਂ ਬਣਾਉਣ ਵਾਲੇ ਕਈ ਚਲੇ ਗਏ, ਘਰ ਪਾਉਣ ਵਾਲੇ ਕਈ ਚਲੇ ਗਏ, ਮਹਿਲ ਮਾੜੀਆਂ ਉਸਾਰਦੇ ਹੋਏ ਪੀ ਚਲੇ ਗਏ। ਅਖੀਰ ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਜਿਹਨੂੰ ਬਾਬਾ ਫਰੀਦ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਕੂੜਾ ਸੌਦਾ ਕਰ ਚੱਲੇ, ਗੋਰੀ ਆਏ ਪਏ ਕਰਕੇ ਤੇ ਝੂਠਾ ਸੌਦਾ ਹੀ ਚੱਲੇ ਨਾ। ਅਖੀਰ ਗੋਰ ਚ ਹੀ ਆ ਕੇ ਪੈਣਾ ਪਿਆ। ਕੀ ਕੀਤਾ? ਕੋਠੇ ਮੰਡਪ ਮਾੜੀਆਂ ਉਸਾਰ ਕੇ। ਇਨਸਾਨ ਨੇ ਘਰ ਬਹੁਤ ਬਣਾਏ, ਪਰ ਆਪਣੇ ਮਰਨ ਵਾਸਤੇ ਕੋਈ ਘਰ ਬਣਾਇਆ ਵੀ ਇੱਥੇ ਮੈਂ ਮਰਨਾ ਹੈ, ਜਾਂ ਮਰਨ ਤੋਂ ਬਾਅਦ ਚ ਮੈਨੂੰ ਇੱਥੇ ਰੱਖਿਆ ਜਾਣਾ? ਨਹੀਂ।
ਮਰਨ ਤੋਂ ਬਾਅਦ ਵਿਚਲਾ ਜਿਹੜਾ ਥਾਂ ਉਹ ਉਹੀ ਹੈ, ਜਾਂ ਕਬਰਸਤਾਨ ਰੂਪ 'ਚ ਕਹਿ ਲਓ ਜਾਂ ਸ਼ਮਸ਼ਾਨ ਭੂਮੀ ਦੇ ਰੂਪ 'ਚ ਕਹਿ ਲਓ, ਸ਼ਮਸ਼ਾਨ ਘਾਟ ਦੇ ਰੂਪ 'ਚ ਕਹਿ ਲਓ। ਕਬਰਸਤਾਨ ਵਿੱਚ ਲਿਜਾ ਕੇ ਤੈਨੂੰ ਦਫਨਾ ਦੇਣਗੇ ਤੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਤੈਨੂੰ ਅੱਗ ਲਾ ਦੇਣਗੇ। ਇਹ ਤੋਂ ਬਿਨਾਂ ਤੇ ਕੁਝ ਨਹੀਂ ਹੈ। ਤੇਰੇ ਜਿਹੜੇ ਕੋਠੇ ਮੰਡਪ ਮਾੜੀਆਂ ਤੋਂ ਉਸਾਰੇ ਸੀ, ਉਹ ਤੇ ਸਾਰਾ ਝੂਠਾ ਸੌਦਾ ਹੀ ਹੈ ਨਾ। ਅਖੀਰ ਸੱਜਣਾ, ਬਹੁਤ ਜ਼ਮੀਨ ਜਾਇਦਾਦ ਇਕੱਠੀ ਕਰਨ ਤੋਂ ਬਾਅਦ ਚ ਵੀ ਬਾਬਾ ਫਰੀਦ ਜੀ ਕਹਿੰਦੇ ਵੀ ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, 3 ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਜਿਨ੍ਹਾਂ ਦੇ ਲਈ ਸਾਰੀ ਜ਼ਿੰਦਗੀ ਕਰਦਾ ਰਿਹਾ, ਅਗਲਿਆਂ ਮੋਢੇ ਤੇ ਚੁੱਕ ਕੇ ਅੱਗੇ ਲਾ ਲਿਆ। ਕਿਹਨਾਂ ਲਈ ਕੀਤਾ ਸਾਰੀ ਜ਼ਿੰਦਗੀ? ਆਪਣੇ ਲਈ ਕੁਝ ਕੀਤਾ ਨਹੀਂ। ਕਿਹਨਾਂ ਲਈ ਕੀਤਾ? ਪਰਿਵਾਰ ਲਈ ਕੀਤਾ, ਪੁੱਤਰਾਂ ਧੀਆਂ ਲਈ ਕੀਤਾ। ਹੋ ਸਕਦਾ ਬੰਦਾ ਕਵੇ ਲੈ ਮੇਰੇ ਕਿਹੜਾ ਕੋਈ ਭਾਈ ਭੈਣ ਹੈਨ, ਜਿਨ੍ਹਾਂ ਲਈ ਜੇ ਪਰਿਵਾਰ ਲਈ ਕਰ ਰਹੇ ਆ ਤੇ ਪਰਿਵਾਰ ਕਿਹੜਾ ਤੈਨੂੰ ਘਰੇ ਰੱਖੇਗਾ? ਅਗਲਿਆਂ ਵੀ ਤੇ ਮੋਢੇ ਤੇ ਹੀ ਚੁੱਕਣਾ, ਤਿਆਗਣਾ ਤੇ ਛੱਡਣਾ ਤੇ ਕਿਸੇ ਨਹੀਂ ਹੈ। ਜਿਹੜਾ ਸਭ ਤੋਂ ਨੇੜੇ ਹੈ ਲਾਂਬੂ ਉਸੇ ਨੇ ਲਾਉਣਾ। ਆਪਣੇ ਪੁੱਤਰ ਨੂੰ ਕਦੇ ਆਪਣੀ ਗੋਦ ਚੋਂ ਲਾਉਂਦਾ ਨਹੀਂ ਸੀ ਤੇ ਲਾਂਬੂ ਕਿਹਨੇ ਲਾਇਆ? ਉਸੇ ਨੇ। ਜਿਹਨੂੰ ਕਹਿੰਦਾ ਵੀ ਮੇਰਾ ਲਾਡਲਾ ਹੈ, ਮੈਨੂੰ ਬਹੁਤ ਪਿਆਰਾ ਹੈ, ਉਹ ਵੀ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਆਪਾਂ ਬਾਪੂ ਤੋਂ ਬਿਨਾਂ ਰਹਿ ਨਹੀਂ ਸਕਦੇ, ਤੇ ਲਾਂਬੂ ਫਿਰ ਕਿਹਨੇ ਲਾਇਆ? ਉਸੇ ਨਹੀਂ। ਸਾਹਿਬ ਜੀ ਕਹਿੰਦੇ ਇਸ ਲਈ ਜਦੋਂ ਸੰਸਾਰ ਤੋਂ ਜਾਏਗਾ ਮਾਇਆ ਦਾ ਮੋਹ ਛੱਡਣਾ ਤੇ ਉਦੋਂ ਵੀ ਹੈ। ਕਿਉਂ ਨਾ ਇਸ ਮੋਹ ਨੂੰ ਜਿਉਂਦੇ ਜੀ ਛੱਡ ਆਪਣਾ ਪ੍ਰੇਮ ਪਿਆਰ ਅਕਾਲ ਪੁਰਖ ਨਾਲ ਬਣਾ ਲਓ। ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖਿਏ ਲੈ ਧਰਮ ਰਾਓ, ਤਹਾਂ ਕਰ ਦਲ ਕਰਨ ਮਹਾਬਲੀ, ਤਿਨ ਆਗਰੜੈ ਮੈਂ ਰਹਿਣ ਨਾ ਜਾਏ। ਕਹਿੰਦੇ ਆਜ ਮੇਰੇ ਮਨ ਪ੍ਰਗਟ ਪਿਆ, ਅੱਜ ਮੇਰੇ ਮਨ ਵਿੱਚ ਕਹਿੰਦੇ ਪ੍ਰਗਟ ਪਿਆ ਮਤਲਬ ਗਿਆਨ ਹੋਇਆ, ਚਾਨਣ ਹੋਇਆ। ਪੇਖੀਏ ਲੈ ਧਰਮ ਰਾਓ, ਕਹਿੰਦੇ ਮੈਂ ਵੇਖਿਆ ਕੀ? ਰੱਬ ਦਾ ਨਿਯਮ ਵੇਖਿਆ ਮੈਂ। ਗਿਆਨ ਹੋਇਆ ਨਾ, ਉਪਦੇਸ਼ ਜਦੋਂ ਮਿਲਿਆ ਤੇ ਉਹਦੇ ਨਾਲ ਕੀ ਹੋਇਆ? ਚਾਨਣ। ਹੁਣ ਚਾਨਣ ਵਿੱਚ ਮੈਨੂੰ ਕੀ ਵਿਖਿਆ? ਰੱਬ ਦਾ ਨਿਆਂ, ਰੱਬ ਦਾ ਇਨਸਾਫ, ਰੱਬ ਦੇ ਬਣਾਏ ਨਿਯਮ ਦਿਸੇ। ਤੇ ਜਦੋਂ ਰੱਬ ਦੇ ਬਣਾਏ ਨਿਯਮ ਵੇਖੇ ਨਾ ਤੇ ਫਿਰ ਮੈਨੂੰ ਨਜ਼ਰੀ ਇਹ ਪਿਆ ਵੀ ਤਹ ਕਰ ਦਲ ਕਰਨ ਮਹਾਬਲੀ, ਮੌਤ ਐਡੀ ਬਲੀ ਹੈ ਵੀ ਆਪਣੇ ਹੱਥਾਂ ਤੇ ਰੱਖ ਕੇ ਮਸਲ ਦਿੰਦੀ, ਮਲ ਦਿੰਦੀ, ਉਹ ਦਲ ਦਿੰਦੀ ਹੈ, ਛੱਡਦੀ ਨਹੀਂ ਕਿਸੇ ਨੂੰ। ਤਿੰਨ ਅੱਗ ਲੜੇ ਮੈਂ ਰਹਿਣ ਨਾ ਜਾਈ, ਉਹਦੇ ਅੱਗੇ ਜ਼ੋਰ ਹੀ ਨਹੀਂ ਚੱਲਦਾ ਕਿਸੇ ਦਾ। ਮੌਤ ਜਿਹਨੂੰ ਆਪਣੀ ਤਲੀ ਤੇ ਟਿਕਾਵੇ ਉਸੇ ਨੂੰ ਦਲ ਦਿੰਦੀ ਹੈ, ਤੇ ਜਿਹਨੂੰ ਮੌਤ ਦਲ ਦਵੇ। ਤੇ ਬਾਪੂ ਜੀ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਦੇ ਕਹਿੰਦੇ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ। ਤੇ ਜਦੋਂ ਉਹ ਮੌਤ ਆਉਂਦੀ ਹੈ ਨਾ, ਉਸ ਮੌਤ ਦੇ ਆਉਣ ਸਮੇਂ ਸਾਹਿਬ ਜੀ ਕਹਿੰਦੇ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ। ਉਹ ਸਾਰੇ ਹੱਡ ਕੜਕ ਜਾਂਦੇ ਉਦੋਂ, ਤੇ ਬੰਦਾ ਕਿੰਨੇ ਹੱਥ ਪੈਰ ਮਾਰਦਾ। ਕਿੰਨੇ ਜ਼ੋਰ, ਕਿੰਨਾ ਕੁਛ ਇਨਸਾਨ ਕਰਦਾ। ਲੱਗਾ ਕਿਤੇ, ਚੱਲਿਆ ਕਿਤੇ ਜ਼ੋਰ। ਬਾਪੂ ਜੀ ਨੇ ਕਿਹਾ ਹੱਥ ਮਰੋੜੈ ਤਨ ਕਪੈ, ਹੱਥ ਵੀ ਮਰੋੜੇ ਤਨ ਦੁਖੀ ਬੜਾ ਹੋਇਆ। ਜਦੋਂ ਮੌਤ ਆਈ, ਮੌਤ ਦੇ ਆਇਆ ਹੱਥ ਮਰੋੜਦਾ ਰਿਹਾ, ਤਨ ਦੁਖੀ ਹੁੰਦਾ ਰਿਹਾ। ਸਿਆਹ ਹੋਆ ਸੇਤ ਪਤਾ ਹੀ ਉਦੋਂ ਲੱਗਾ ਜਦੋਂ ਐ ਚਿੱਟਾ ਬੱਗਾ ਹੋ ਗਿਆ। ਮੌਤ ਨੇ ਨਹੀਂ ਛੱਡਿਆ। ਜਿਹਨੂੰ ਮੌਤ ਆਪਣੇ ਕਰ ਉੱਤੇ ਰੱਖ ਲੈਂਦੀ ਹੈ, ਕਰ ਮਤਲਬ ਹੱਥ, ਜਿਸ ਜੀਵ ਨੂੰ ਮੌਤ ਨੇ ਆਪਣੇ ਹੱਥ ਉੱਤੇ ਰੱਖਿਆ, ਮੌਤ ਨੇ ਉਸੇ ਨੂੰ ਦਲ ਦਿੱਤਾ, ਖਤਮ ਕਰਤਾ। ਉਹਦੇ ਅੱਗੇ ਫਿਰ ਮੌਤ ਦੇ ਅੱਗੇ ਉਸ ਜੀਵ ਦਾ ਕੋਈ ਜ਼ੋਰ ਨਹੀਂ ਚੱਲਦਾ। ਜਿਵੇਂ ਆਪਾਂ ਕਹਿ ਲਈਏ ਸਾਬਤ ਬੀਜ ਨੂੰ ਦਲਣ ਲੱਗਿਆ
ਅਸੀਂ ਵਰਤੀਏ, ਮਤਲਬ ਉਹਨੂੰ ਦਲਣ ਲੱਗਿਆਂ ਮਸ਼ੀਨ ਦੀ ਵਰਤੋਂ ਕਰੀਏ, ਕਿਸੇ ਵਸਤੂ ਦੀ ਵਰਤੋਂ ਕਰੀਏ, ਤੇ ਬੀਜ ਦਾ ਜ਼ੋਰ ਚੱਲਦਾ। ਚੱਕੀ ਦੇ ਵਿੱਚ ਕਣਕ ਦੇ ਦਾਣੇ ਪੀਸਣ ਵਾਸਤੇ ਪਾਏ ਤੇ ਕਣਕ ਦੇ ਦਾਣਿਆਂ ਆਖਿਆ ਹੋਵੇ ਵੀ ਅਸੀਂ ਚੱਕੀ ਨਹੀਂ ਗਿੜਨ ਦੇਣੀ, ਹੋਇਆ ਕਦੇ? ਉਹ ਸਾਰੇ ਆਪਸ ਚ ਸਲਾਹ, ਮਤਲਬ ਜੇ 1 ਕੁਆਂਟਲ ਕਣਕ ਦੇ ਦਾਣੇ ਨਾ, ਮਤਲਬ 100 ਕਿਲੋ ਦਾਣਾ ਹੈ, ਉਹ ਸਲਾਹ ਕਰ ਲੈਣ ਵੀ ਜਦੋਂ ਅੱਜ ਆਪਾਂ ਨੂੰ ਪੀਸਣ ਵਾਲੇ ਨੇ ਚੱਕੀ ਚ ਪਾਉਣਾ ਹੈ ਨਾ, ਆਪਾਂ ਸਾਰਿਆਂ ਨੇ ਜ਼ੋਰ ਲਾਉਣਾ, ਚੱਕੀ ਗਿੜਨ ਨਹੀਂ ਦੇਣੀ, ਤੇ ਰੋਕ ਲੈਣਗੇ। ਉਹ ਗਿੜਦੀ ਨੇ ਸਾਰਾ ਕੁਝ ਹੀ ਪੀਸ ਦੇਣਾ। ਚੱਕੀ ਚੱਲਦੀ ਹੋਈ ਨੇ ਸਾਰੇ ਦੇ ਸਾਰੇ ਦਾਣੇ, ਸਾਰੇ ਦੇ ਸਾਰੀ ਕਣਕ ਦਲ ਦੇਣੀ, ਉਹਨੇ ਮਸਲ ਦੇਣੀ, ਆਟਾ ਬਣਾ ਦੇਣਾ ਉਹਨੇ। ਤੇ ਉਹਨਾਂ ਦਾ ਆਪਸ ਵਿੱਚ ਕੀਤਾ ਹੋਇਆ ਮਸ਼ਵਰਾ ਵੀ ਕਿਸੇ ਕੰਮ ਨਹੀਂ ਆਇਆ ਵੀ ਆਪਾਂ ਚੱਕੀ ਨਹੀਂ ਚੱਲਣ ਦੇਣੀ। ਜੇ ਬੰਦਾ ਹੁਣ ਇਹ ਵੀ ਤੇ ਮਸ਼ਵਰਾ ਕਰਦੇ, ਤੂੰ ਚਿੰਤਾ ਨਾ ਕਰ, ਤੈਨੂੰ ਨਹੀਂ ਕੁਛ ਹੁੰਦਾ, ਅਸੀਂ ਹਾਂ ਤੇਰੀ ਮੌਤ ਵੀ ਰੋਕ ਦੇਾਂਗੇ। ਕਿੰਨਿਆਂ ਕਿ ਨੇ ਰੋਕ ਲਈ? ਕਿੰਨਾ ਜ਼ੋਰ ਲਾਇਆ। ਕੋਈ ਕਿਸੇ ਪਾਸੇ ਨੂੰ ਭੱਜਿਆ ਫਿਰਦਾ, ਕੋਈ ਕਿਸੇ ਪਾਸੇ, ਇਹ ਰੁਕ ਜਾਏ, ਇਹਦੀ ਜ਼ਿੰਦਗੀ ਬਚ ਜਾਏ, ਪਰ ਮੌਤ ਅੱਗੇ ਲੱਗਾ ਜ਼ੋਰ ਨਹੀਂ। ਸਾਹਿਬ ਕਹਿੰਦੇ ਅੱਜ ਮੇਰਾ ਮਨ ਪ੍ਰਗਟ ਭਇਆ, ਮੈਂ ਅੱਜ ਮੇਰੇ ਮਨ 'ਚ ਇਹ ਗਿਆਨ ਹੋਇਆ, ਮੈਨੂੰ ਸੁਚੇਤਤਾ ਮਿਲੀ, ਪੇਖੀ ਵਾਲੇ ਧਰਮ ਰਾਓ, ਮੈਂ ਰੱਬ ਦਾ ਬਣਾਇਆ ਨਿਯਮ ਵੇਖਿਆ, ਤੇ ਉਹਦੇ ਨਿਯਮ ਵਿੱਚ ਕੀ ਵੇਖਿਆ ਕਿ ਮੌਤ ਜਿਹਨੂੰ ਆਪਣੇ ਹੱਥ ਤੇ ਰੱਖ ਕੇ ਮਸਲਦੀ ਹੈ ਨਾ, ਉਹਦੇ ਅੱਗੇ ਫਿਰ ਕਿਸੇ ਦਾ ਜ਼ੋਰ ਨਹੀਂ ਚੱਲਦਾ। ਮੌਤ ਉਹਨੂੰ ਮਸਲ ਕੇ ਖਤਮ ਕਰ ਦਿੰਦੀ ਹੈ, ਉਹਨੂੰ ਸਦੀਵ ਦੀ ਨੀਂਦ ਸਵਾ ਦਿੰਦੀ ਹੈ, ਚਾਹੇ ਇਨਸਾਨ ਜਿੱਡਾ ਬਲੀ ਵੱਡਾ ਮਰਜ਼ੀ ਹੋਵੇ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕਿਸ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਕਹਿੰਦੇ ਜੇ ਕੋ ਮੂੰਹ ਉਪਦੇਸ਼ ਕਰਤ ਹੈ, ਜੇ ਕੋਈ ਮੈਨੂੰ ਉਪਦੇਸ਼ ਦੇਵੇ, ਗਿਆਨ ਦੇਵੇ, ਜਿਹਨੂੰ ਸੌਖੇ ਲਫ਼ਜ਼ਾਂ 'ਚ ਕਿਸੇ ਨੂੰ ਮਰਿਆ ਵੇਖ ਕੇ ਤੇ ਸਾਨੂੰ ਰੱਬ ਬੜਾ ਯਾਦ ਆਉਂਦਾ ਵੀ ਕੀ ਪਾਇਆ ਬੰਦੇ ਦੀ। ਇਸ ਚੀਜ਼ ਨੂੰ ਆਪਾਂ ਅਨੁਭਵ ਅਕਸਰ ਕਰਦੇ ਜਦੋਂ ਕਿਸੇ ਦੇ ਚਲਾਣੇ ਤੇ ਜਾਈਏ ਨਾ, ਤੇ ਉਹਨੂੰ ਚੁੱਕ ਚੁੱਕ ਕੇ ਜਦੋਂ ਕਦੇ ਕਿਤੇ ਰੱਖ, ਕਦੇ ਕਿਤੇ ਰੱਖ, ਤੇ ਆਪਾਂ ਫੇਰ ਕਹਿੰਦੇ ਵੀ ਕੀ ਪਾਇਆ ਬੰਦੇ ਦੀ। ਉਹਦੇ ਸਰੀਰ ਤੋਂ ਵਸਤਰ ਲਾਏ, ਚੁੱਕ ਕੇ ਕੋਈ ਕਿੱਧਰ ਨੂੰ ਥੱਲਦਾ, ਕੋਈ ਕਿੱਧਰ ਨੂੰ ਥੱਲਦਾ, ਵਸਤਰ ਪਾੜ ਦਿੰਦੇ। ਫਿਰ ਇਸ਼ਨਾਨ ਕਰਾਉਣ ਤੋਂ ਬਾਅਦ ਵਸਤਰ ਪਵਾਉਂਦੇ, ਕੋਈ ਕਿੱਧਰ ਨੂੰ ਚੁੱਕੀ ਫਿਰਦਾ, ਕੋਈ ਕਿੱਧਰ ਨੂੰ। ਆਪਾਂ ਸਾਰਾ ਕੁਝ ਅੱਖੀਂ ਵੇਖਿਆ, ਵੇਖਣ ਤੋਂ ਬਾਅਦ ਕੀ ਪਾਇਆ ਬੰਦੇ ਦੀ। ਫਿਰ ਮਨ ਨੇ ਕਿਹਾ ਵੀ ਹਾਲਤ ਤੇ ਤੇਰੀ ਵੀ ਆਈ ਹੋਣੀ। ਉਦੋਂ ਮਨ ਮੰਨ ਗਿਆ ਵੀ ਜੋ ਇਹਦੇ ਨਾਲ ਹੋ ਰਿਹਾ ਉਹੀ ਮੇਰੇ ਨਾਲ ਹੋਣਾ, ਮੰਨ ਗਿਆ ਮਨ। ਉਦੋਂ ਤੇ ਦਿਸਿਆ ਨਾ ਰੱਬ ਫਿਰ ਸਾਰੀਆਂ ਥਾਵਾਂ ਤੇ ਵੀ ਕਰ ਲੋ 4 ਦਿਨ ਰੱਬ, ਰੱਬ 4 ਘੜੀਆਂ ਪਤਾ ਨਹੀਂ ਹੈ ਕਿ ਨਹੀਂ, ਉਦੋਂ ਸਾਰੀਆਂ ਥਾਵਾਂ ਤੇ ਰੱਬ ਦਿਸਿਆ। ਪਰ ਸਾਹਿਬ ਕਹਿੰਦੇ ਉਦੋਂ ਤੇ ਚੇਤੇ ਆਇਆ ਜਦੋਂ ਦਿਸਿਆ ਆਪਣੀਆਂ ਅੱਖਾਂ ਨਾਲ ਮਰੇ ਹੋਏ ਦੀ ਹਾਲਤ। ਫਿਰ ਉਹਨੂੰ ਚੁੱਕ ਕੇ ਲਿਆ ਕੇ ਕਿਵੇਂ ਲੱਕੜਾਂ ਤੇ ਸੁੱਟਿਆ। ਉਹੀ ਬੰਦਾ ਹੈ ਜਿਹੜਾ ਕਦੇ ਕਹਿੰਦਾ ਸੀ ਵੀ ਆਪਾਂ ਤੇ ਸਖਤ ਗੱਦੇ ਦੇ ਵੀ ਨਹੀਂ ਸੌਂ ਸਕਦੇ, ਲਿਆ ਕੇ ਅਗਲਿਆਂ ਲੱਕੜ ਤੇ ਲੰਮਾ ਪਾਤਾ। ਵੇਖ ਕੇ ਫਿਰ ਬੜੇ ਹੈਰਾਨ ਵੀ ਇਹ ਕਿਵੇਂ ਹੋ ਗਿਆ। ਫਿਰ ਜਿਹੜਾ ਬੰਦਾ ਗਰਮੀ ਦਾ ਮੌਸਮ ਵੇਖ ਕੇ ਕਹਿ ਦਿੰਦਾ ਸੀ ਵੀ ਤਪਸ਼ ਬੜੀ, ਅੱਗ ਬੜੀ ਹੈ, 에ਅਰ ਕੰਡੀਸ਼ਨਰ ਦਾ ਇੰਤਜ਼ਾਮ ਕਰੋ, ਏਸੀ ਚਲਾਓ, ਉਹੀ ਬੰਦਾ ਅੱਗ ਦੇ ਵਿੱਚ ਪਿਆ। ਕੀ ਪਾਇਆ? ਸਾਰਾ ਕੁਝ ਦੇਖ ਕੇ ਨਾ ਫਿਰ ਸਾਨੂੰ ਵੀ ਇਹ ਹਾਲਤ ਤੇ ਸਾਡੀ ਵੀ ਹੋਣੀ। ਉਦੋਂ ਫਿਰ ਸਾਰੀਆਂ ਥਾਵਾਂ ਤੇ ਰੱਬ ਦਿਸਿਆ ਤੇ ਸਾਹਿਬ ਜੀ ਨਾਲ ਕਹਿੰਦੇ ਐ ਜੀ ਤੂੰ ਆਪੇ ਸਭ ਕੁਝ ਜਾਣਦਾ। ਉਹ ਮੇਰੇ ਮਨਾ ਤੂੰ ਵੀ ਸਾਰਾ ਕੁਝ ਜਾਣਦਾ ਹੈ। ਬਦਤ ਤ੍ਰਿਲੋਚਨ ਰਾਮਈਆ। ਤੇ ਇਹ ਤ੍ਰਿਲੋਚਨ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਜੀ ਹੋ, ਮੈਂ ਤੁਹਾਡੇ ਅੱਗੇ ਅਰਜ਼ੋਈ ਕਰਦਾ ਰਹਿਮਤ ਕਰਕੇ ਕਿਤੇ ਮੈਨੂੰ
ਆਪ ਜੀ ਰੱਖ ਲਓ, ਆਪ ਜੀ ਬਚਾ ਲਓ, ਕਿਉਂਕਿ ਮੌਤ ਤੋਂ ਅੱਜ ਤੱਕ ਕੋਈ ਨਹੀਂ ਬਚਿਆ। ਬਸ ਇਹ ਹੈ ਕਿ ਆਪਣਾ ਮਰਨਾ ਸਫਲ ਜ਼ਰੂਰ ਕਰ ਜਾਂਦੇ ਨੇ। ਇੱਕ ਮਰਨਾ ਗਵਾ ਲੈਣਾ, ਇੱਕ ਮਰਨਾ ਸਫਲ ਕਰ ਲੈਣਾ। ਤੇ ਰਾਮ ਮਈਆ ਜੀਓ, ਹੇ ਪਰਮੇਸ਼ਵਰ ਜੀਓ, ਮੈਂ ਹੱਥ ਜੋੜ ਤੁਹਾਡੇ ਅੱਗੇ ਅਰਜ਼ੋਈ ਕਰਦਾ ਕਿ ਮੈਂ ਆਪਣਾ ਮਰਨਾ ਸਫਲ ਕਰ ਲਾਂ। ਆਪ ਜੀ ਕਿਰਪਾ ਕਰਕੇ ਮੈਨੂੰ ਰੱਖ ਲਵੋ। ਆਪਣੀ ਬੰਦਗੀ ਦੀ ਦਾਤ, ਆਪਣੇ ਨਾਮ ਦੀ ਦਾਤ ਮੇਰੀ ਝੋਲੀ ਵਿੱਚ ਪਾਓ। ਰੱਬ ਜੀ ਅੱਗੇ ਰੋਜ਼ ਅਰਦਾਸ ਬੇਨਤੀ ਕਰਦੇ ਰਿਹਾ ਕਰੀਏ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਵਿੱਚ ਆਪਣੇ ਨਾਮ ਦੀ ਦਾਤ ਪਾਉਣ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਖੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਰਾਇਣਾ। ਐ ਜੀ ਤੂੰ ਆਪੇ ਸਭ ਕਿਸ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।